तो आओ ਅਸੀਂ पहला जबूर 90 देखते हैं और फिर जबूर 91 देखते हैं। जिस मैं पढ़ देनी पास्टर जी। मेरी बात। परमेश्वर ਅਤੇ ਮਨੁੱਖ। हे प्रभु तू हमेशा साडे आसरे दी थां रहा है। पहाड़ां दे रचे जाण तो पहला तेरे धरती ਅਤੇ संसार ਨੂੰ ਬਚਾਉਣ ਤੋਂ ਪਹਿਲਾਂ ਆਦਿ ਕਾਲ ਤੋਂ ਹੀ ਤੂੰ ਪਰਮੇਸ਼ਵਰ ਹੈ। ਤੂੰ ਮਨੁੱਖ ਨੂੰ ਉਸ ਦੀ ਪਹਿਲੇ ਵਾਲੀ ਥਾਂ ਤੇ ਜਾਣ ਲਈ ਕਹਿੰਦਾ ਹੈ ਅਤੇ ਦੁਬਾਰਾ ਉਸ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ। ਤੇਰੇ ਲਈ 1000 ਸਾਲ ਵੀ ਗੁਜ਼ਰ ਚੁੱਕੇ ਇੱਕ ਦਿਨ ਦੇ ਬਰਾਬਰ ਹਨ। ਉਹ ਕੇਵਲ ਰਾਤ ਦੇ ਇੱਕ ਪਹਿਰ ਵਰਗੇ ਹਨ। ਤੂੰ ਮਨੁੱਖ ਨੂੰ ਹੜ੍ਹ ਦੇ ਪਾਣੀ ਵਾਂਗ ਰੋੜ ਕੇ ਲੈ ਜਾਂਦਾ ਹੈ। ਉਹ ਕੇਵਲ ਇੱਕ ਸੁਪਨਾ ਮਾਤਰ ਹਨ। ਉਹ ਹਰ ਸਵੇਰ ਨੂੰ ਪੁੰਗਰਨ ਵਾਲੇ ਹਰੇ ਘਾਹ ਦੇ ਵਾਂਗ ਹਨ, ਜੋ ਸਵੇਰ ਨੂੰ ਨਾ ਤਾਂ ਹਰਿਆ ਭਰਿਆ ਹੁੰਦਾ ਜੋ ਸਵੇਰ ਨੂੰ ਤਾਂ ਹਰਾ ਭਰਾ ਹੁੰਦਾ ਹੈ, ਪਰ ਸੰਝ ਸਮੇਂ ਸੁੱਕ ਕੇ ਖਤਮ ਹੋ ਜਾਂਦਾ ਹੈ। ਅਸੀਂ ਤੇਰੇ ਗੁੱਸੇ ਦੇ ਸ਼ਿਕਾਰ ਹੋਏ ਹਾਂ ਅਤੇ ਤੇਰੇ ਕੋਪ ਤੋਂ ਅਸੀਂ ਭੈਭੀਤ ਹੋਏ ਹਾਂ। ਤੂੰ ਸਾਡੇ ਅਪਰਾਧਾਂ ਨੂੰ ਆਪਣੇ ਸਾਹਮਣੇ ਰੱਖਿਆ ਹੈ। ਤੂੰ ਸਾਡੇ ਗੁਪਤ ਪਾਪਾਂ ਨੂੰ ਵੀ ਇਹੋ ਜਿਹੀ ਥਾਂ ਰੱਖਿਆ ਹੈ ਜਿੱਥੋਂ ਤੂੰ ਉਹਨਾਂ ਨੂੰ ਦੇਖ ਸਕੇ। ਤੇਰੇ ਗੁੱਸੇ ਦੇ ਕਾਰਨ ਸਾਡਾ ਜੀਵਨ ਕਾਲ ਘਟ ਗਿਆ ਹੈ। ਸਾਡਾ ਜੀਵਨ ਕੁਝ ਪਲਾਂ ਵਿੱਚ ਖਤਮ ਹੋਣ ਵਾਲਾ ਬਣ ਗਿਆ ਹੈ। ਸਾਡੀ ਉਮਰ 70 ਸਾਲ ਦੀ ਹੁੰਦੀ ਹੈ। ਸ਼ਕਤੀਸ਼ਾਲੀ ਹੋਣ ਤੇ 80 ਸਾਲ ਹੋ ਸਕਦੀ ਹੈ, ਪਰ ਇਹ ਕੁਝ ਪਲਾਂ ਵਿੱਚ ਖਤਮ ਹੋ ਜਾਂਦੇ ਹਨ ਅਤੇ ਸਾਡੇ ਪ੍ਰਾਣ ਪੰਛੀ ਦੀ ਤਰ੍ਹਾਂ ਉੱਡ ਜਾਂਦੇ ਹਨ। ਤੇਰੇ ਕ੍ਰੋਧ ਦੀ ਸ਼ਕਤੀ ਨੂੰ ਕੌਣ ਜਾਣਦਾ ਹੈ? ਕੌਣ ਤੇਰੇ ਗੁੱਸੇ ਤੋਂ ਹੋਣ ਵਾਲੇ ਡਰ ਨੂੰ ਜਾਣਦਾ ਹੈ? ਇਸ ਲਈ हे ਪ੍ਰਭੂ, ਤੂੰ ਸਾਡੇ ਜੀਵਨ ਦੇ ਛੋਟੇਪਨ ਦੀ ਜਾਣਕਾਰੀ ਸਾਨੂੰ ਦੇ ਤਾਂ ਜੋ ਅਸੀਂ ਬੁੱਧੀਮਾਨ ਬਣੀਏ। हे ਪ੍ਰਭੂ, ਤੂੰ ਦੇਰ ਨਾ ਕਰ। ਤੂੰ ਆਪਣੇ ਦਾਸਾਂ ਤੇ ਤਰਸ ਖਾ। ਤੂੰ ਹਰ ਸਵੇਰ ਨੂੰ ਆਪਣੀ ਦਇਆ ਨਾਲ ਤ੍ਰਿਪਤ ਕਰ ਕਿ ਅਸੀਂ ਜੀਵਨ ਭਰ ਆਨੰਦਿਤ ਅਤੇ ਖੁਸ਼ ਰਹੀਏ। ਤੂੰ ਸਾਨੂੰ ਮਿਲੇ ਦੁੱਖਾਂ ਬਰਾਬਰ ਹੁਣ ਖੁਸ਼ੀ ਦੇ, ਉਹਨਾਂ ਸਭ ਦਿਨਾਂ ਅਤੇ ਸਾਲਾਂ ਬਰਾਬਰ ਜਿਨ੍ਹਾਂ ਵਿੱਚ ਅਸੀਂ ਬੁਰਾਈ ਦੇਖੀ ਹੈ। ਤੇਰੇ ਦਾਸ ਤੇਰੇ ਅਦਭੁਤ ਕੰਮ ਦੇਖਣ ਅਤੇ ਉਹਨਾਂ ਦੀ ਸੰਤਾਨ ਉੱਤੇ ਤੇਰੀ ਮਹਿਮਾ ਪ੍ਰਗਟ ਹੋਵੇ। ਪ੍ਰਭੂ, ਸਾਡੇ ਪਰਮੇਸ਼ਵਰ ਦੀ ਦਇਆ ਸਾਡੇ ਤੇ ਹੋਵੇ। ਤੂੰ ਸਾਡੇ ਹੱਥਾਂ ਦੇ ਹਰ ਕੰਮ ਨੂੰ ਸਫਲ ਕਰ। हे ਪ੍ਰਭੂ, ਸੱਚਮੁੱਚ ਤੂੰ ਸਾਡੇ ਹੱਥਾਂ ਦੇ ਕੰਮਾਂ ਨੂੰ ਅਸੀਸ ਦੇ। ਸੋ ਇਹ ਉਸ ਵੇਲੇ ਦਾ ਜਬੂਰ ਆ। ਇਸ ਜਬੂਰ ਦੇ ਦੋ ਨਾਂ ਆ ਇਸ ਨੂੰ। ਇੱਕ ਤਾਂ ਮੂਸਾ ਦਾ ਜਬੂਰ, ਜਿੱਦਾਂ ਕਿ ਪਹਿਲਾਂ ਲਿਖਿਆ ਕਿ ਉਸ ਦੀ ਪ੍ਰਾਰਥਨਾ ਵੀ ਕਿਹਾ ਜਾਂਦਾ, ਔਰ ਦੂਸਰਾ ਇਸ ਨੂੰ ਪਛਤਾਵੇ ਦਾ ਜਬੂਰ ਵੀ ਕਿਹਾ ਜਾਂਦਾ ਕਿ ਜਿਸ ਵੇਲੇ ਪ੍ਰਭੂ ਨੇ ਉਹਨਾਂ ਨੂੰ ਕਹਿਤਾ ਕਿ ਨਹੀਂ, 40 ਸਾਲ ਹੁਣ ਤੁਸੀਂ ਇਸ ਬਣ ਦੇ ਵਿੱਚ ਰਹੋਗੇ। 40 ਸਾਲ ਤੁਸੀਂ ਤੁਹਾਨੂੰ ਇਹ ਜੇ 40 ਦਿਨਾਂ ਤੱਕ ਤੁਸੀਂ ਉਸ ਦੇਸ਼ ਦੇ ਵਿੱਚ ਗਏ ਸੀ, ਸੂਏ ਕੱਲੇ ਸੀ, ਔਰ 40 ਦਿਨਾਂ ਦੇ ਵਿੱਚ ਉਹ ਉਸ ਦੀਆਂ ਸਾਰੀ ਸੁੰਦਰਤਾ ਦੇਖ ਕੇ ਆਏ, ਔਰ ਆ ਕੇ ਉਹਨਾਂ ਨੇ ਗਲਤ ਇੱਕ ਤਰ੍ਹਾਂ ਦੀ ਖਬਰ ਉਹਨਾਂ ਸਾਰਿਆਂ ਨੂੰ ਦਿੱਤੀ ਔਰ ਕਿਹਾ ਅਸੀਂ ਵਾਪਸ ਮੁੜ ਜਾਵਾਂਗੇ। ਲੇਕਿਨ ਪ੍ਰਭੂ ਨੇ ਕਿਹਾ ਕਿ ਹੁਣ ਸਿਰਫ ਤੁਹਾਡੀਆਂ ਜਿਹੜੀਆਂ ਸੰਤਾਨਾਂ ਆ ਉਹ ਵਾਅਦੇ ਦੀ ਧਰਤੀ ਤੇ ਜਾਣਗੀਆਂ, ਉਹ ਇਜ਼ਰਾਈਲ ਦੀ ਧਰਤੀ ਤੇ ਜਾਣਗੀਆਂ। ਔਰ ਉਹਨਾਂ ਨੇ ਇਸ ਜਗ੍ਹਾ ਤੇ ਆ ਕੇ ਆਪਣਾ ਇੱਕ ਤਰ੍ਹਾਂ ਦਾ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਗੁਨਾਹ ਮੰਨਿਆ, ਆਪਣਾ ਪਾਪ ਮੰਨਿਆ। ਔਰ ਜਿਹੜੀ ਇਸ ਦੀ ਮੇਨ ਵਰਸਸ ਜਬੂਰ 90 ਦੀ ਆ, ਉਹ 12 ਵਰਸ ਆ ਇਸ ਦਾ। ਉਸ ਦੇ ਵਿੱਚ ਲਿਖਿਆ ਕਿ ਇਸ ਲਈ हे ਪ੍ਰਭੂ, ਤੂੰ ਸਾਨੂੰ ਜੀਵਨ ਦੇ ਛੋਟੇਪਨ ਦੀ ਜਾਣਕਾਰੀ ਸਾਨੂੰ ਦੇ ਜੋ ਅਸੀਂ ਬੁੱਧੀਮਾਨ ਬਣੀਏ। ਔਰ ਜਿਸ ਲਈ ਸਾਡੇ ਕੋਲ ਸਾਡੇ ਜੀਵਨ ਦੇ ਛੋਟੇਪਨ ਦੀ ਜਾਣਕਾਰੀ ਹੁੰਦੀ ਹੈ, 70 ਸਾਲ 80 ਸਾਲ 90 ਸਾਲ ਵੀ ਛੋਟਾ ਹੀ ਆ। ਔਰ ਜੀਵਨ ਇੰਨਾ ਛੋਟਾ ਕਿ ਸਾਨੂੰ ਕੱਲ ਦਾ ਪਤਾ ਨਹੀਂ, ਆਉਣ ਵਾਲੇ ਪਲ ਦਾ ਪਤਾ। ਇਸ ਕਰਕੇ ਕਿ ਤਾਂ ਕਿ ਅਸੀਂ ਬੁੱਧੀਮਾਨ ਬਣੀਏ, ਅਸੀਂ ਆਪਣਾ ਰਿਸ਼ਤਾ ਤੇਰੇ ਨਾਲ ਸਹੀ ਰੱਖੀਏ, ਅਸੀਂ ਆਪਣਾ ਰਿਸ਼ਤਾ ਆਪਣੇ ਭਰਾ ਦੇ ਨਾਲ ਸਹੀ ਰੱਖੀਏ, ਅਸੀਂ ਆਪਣਾ ਰਿਸ਼ਤਾ ਆਪਣੇ ਗੁਆਂਢੀ ਦੇ ਨਾਲ ਸਹੀ ਰੱਖੀਏ, ਤੇਰੇ ਦਿੱਤੇ ਹੋਏ ਰਸਤਿਆਂ ਦੇ ਉੱਤੇ ਚੱਲੀਏ। ਸਾਡਾ ਤਨ, ਸਾਡਾ ਮਨ, ਸਾਡੀ ਆਤਮਾ ਤੇਰੇ ਨਾਲ ਜੁੜੀ ਰਹੇ। ਔਰ ਫਿਰ ਉਸ ਤੋਂ ਸਾਡੇ ਹੱਥਾਂ ਦੇ ਕੰਮ ਦੀ ਬਰਕਤ ਪਏਗੀ, ਉੱਥੋਂ ਸਾਨੂੰ ਬਰਕਤ ਪ੍ਰਾਪਤ ਹੋਏਗੀ।
ये लोग इन्ना सोना चांदी लैके आए, इन्ना कुछ लैके आए। वचन दसदा कि इन्होंने उत्थों निकलदिया हुई मिस्रिया ने कहा कि वह सानू लुट के लै गए। इन्ना कुछ मिस्र का धन इन्ना इन्हां दे कोल, लेकिन वो कादे वो की है? कुछ भी नहीं, कुछ भी। अगर प्रभु के नाल रिश्ता सही नहीं तो फिर जो मर्जी बना लीए, जो मर्जी असी कर लीए, उस तक असी कभी उसका आनंद नहीं ले सकते। इस करके वो कह रहा कि साडियां हत्थां दे कामां नूं तू बरकत दे अपनी दया दे करके। और इसे करके वो कह रहा कि तू हर सवेर नूं अपनी दया नाल तृप्त कर कि असी जीवन भर आनंदित अते खुश रहिए। खुशी प्रभु की जिहड़ी उसकी दया दे विचों आउंदी है, उसके रहम दे विचों आउंदी है। ठीक, सो आओ असी हुण वापस चलीए जिथे असी सी। और असी कल जिहड़ा देखदे पए सी दुआ दे बारे देखदे पए सी, उसका असी पहला पाठ कल देख चुके हैं, जिस दे विच असी देखिया कि जिसले इन्हां नूं उस उजाड़ दे विच प्रभु ने दुआ करनी सिखाई, इन्हां दे मूहरे एक एग्जाम्पल सी, और एग्जाम्पल इन्हां दे सामने जिहड़ी सी वो मूसा दी एग्जाम्पल सी कि व्हाट इज प्रेयर। और ये कोई वन साइडेड शो नहीं गा, ये जिस प्रभु दे अगे असी दुआ करते हैं उस दे नाल एक रिश्ते दा एक रिश्ता आ उहदे नाल, जिहड़ा उसकी हजूरी दे विच जाके असी प्राप्त करते हैं। यह एक कम्यूनियन, यह एक जिहड़ा असी प्रभु की हजूरी दे विच जिसले जाने आ, उसका सानू उस जिहड़ा तरीका उन्होंने दस्सिया कि जिस वेले तुसी दुआ करो तो प्रभु ने उन्होंने दस्सिया कि एकांत लभो, और एकांत दे विच मेरी हजूरी दे विच आओ, और जिहड़ा नेम मैं तुहाडे नाल बन्निया उस नेम नूं चेते रखो। जो मैं तुहाडे नाल नेम बन्निया अपना उसनूं हमेशा चेते रखो, और फिर तुसी बरकत प्राप्त करोगे। और अगे जाके सानू ये भी दस्सिया जाना कि इन्हां दी पालना करनी अपने बच्चों और उन्होंने बच्चों नूं तुसी सिखाउणी है, जिसलिए अगे अगे असी जाना। लेकिन अज असी ये देखांगे कि ये जो कुछ असी देख के हटे हैं, ये सारा कुछ प्रभु यसु मसीह ने भी सेम सानू क्या है। जिसलिए असी नवे नियम दे विच आउने आ ते असी देखते पे हैं कि ये सारियां चीज़ां जिहड़ियां जिसले प्रभु ने कहियां ते वो बिल्कुल इस तरह प्रभु ने उन्हां नूं सिखाइयां। सो आओ मत्ती दे 6वें भाव दे विच चलदे हैं। 6वां भाव नवे नियम दे विच असी हुण आउने हैं, और अगर पन्ना इसका जिहड़ा है पेज नंबर हैगा 9। तो अगर प्रभु ने ये सब कुछ दिता सी, जिद्दां कि बहुत सारे सानू लोग कहंदे कि नवे नियम दे विच बहुत चीज़ां बदल गईयां। यस देयर इज अ बदलाव, जिहड़ा बड़ा बदलाव आ वो आ जिहड़ा अब्राहम दे नाल कीता वादा पूरा होया। यहूदियों दे पुरखे अब्राहम दे नाल जिहड़ा वादा कीता गया सी कि उस दे विच ये दस्सिया गया सी कि तेरे असीस देन वालियां नूं मैं असीस देवांगा, और तेरे बदसीस देन वाले नूं मैं बदसीस दूंगा। और जिहड़ी उस दे विच ये सी कि मुक्तिदाता तेरे कुणबे दे विचों आएगा, और जो सारियां कौमां दे लई बरकत का कारण होएगा।
ਸੋ ਪ੍ਰਭੂ ਨੇ ਪਾਪ ਦਾ ਇਲਾਜ ਕੀਤਾ। ਜਿਹੜਾ ਸਾਡੀ ਸਭ ਤੋਂ ਵੱਡੀ ਰੁਕਾਵਟ ਆ ਉਹ ਪਾਪ, ਉਹ ਸਾਡਾ ਪਾਪ, ਸਾਡੀ ਸੋਚ ਦਾ ਪਾਪ, ਸਾਡੇ ਹੱਥਾਂ ਦਾ ਪਾਪ, ਸਾਡਾ ਕਮਿਊਨਲ ਪਾਪ। ਔਰ ਅਸੀਂ ਉਸ ਦੇ ਵਿੱਚ ਇੰਨੇ ਜ਼ਿਆਦਾ ਧੱਸ ਚੁੱਕੇ ਹਾਂ ਇਸ ਵੇਲੇ ਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪਾਪ ਨਹੀਂ ਲੱਗਦੀਆਂ। ਇੱਕ ਸਮਾਂ ਹੁੰਦਾ ਕਿ ਕਿਉਂਕਿ ਅਸੀਂ ਕਹਿੰਦੇ ਹਾਂ ਸਾਰੇ ਕਰਦੇ, ਸਾਰੇ ਕਰਦੇ, ਠੀਕ। ਸੋ ਅਗਰ ਅਸੀਂ ਇਹ ਦੇਖੀਏ ਕਿ ਜਿੱਦਾਂ ਅਸੀਂ ਕੱਲ ਦੇਖਿਆ ਸੀ ਕਿ ਉਹ ਜਿਹੜੀਆਂ ਉਹਨਾਂ ਨੂੰ ਜਿਹੜੇ ਫੁੰਮਣ ਦਿੱਤੇ ਗਏ ਸੀਗੇ, ਜਿਹੜੇ ਉਸ ਪੇੜ ਸ਼ਾਲ ਦੇ ਨਾਲ ਸੀਗੇ, ਸੋ ਉਹ 10 ਜਿਹੜੇ ਸੀਗੇ ਉਹ ਇੱਕ ਪਾਸੇ ਸੀਗੇ ਤੇ 10 ਦੂਸਰੇ ਪਾਸੇ ਸੀਗੇ। ਸੋ ਉਹਦਾ ਕਹਿਣ ਦਾ ਕੀ ਮਤਲਬ ਕਿ ਪਿਆਰੇ ਪ੍ਰਭੂ ਤੂੰ ਸਾਨੂੰ 10 ਨਿਯਮ ਦਿੱਤੇ ਆ ਔਰ ਅਸੀਂ ਉਹ 10 ਨਿਯਮ ਸਵੀਕਾਰ ਕੀਤੇ ਆ। ਸੋ ਦੋਨੇ ਹੱਥ ਆਪਣੇ ਦਿਲ ਦੇ ਉੱਤੇ ਰੱਖਦੇ ਸੀਗੇ, ਸੋ ਪ੍ਰਭੂ ਦਾ ਉਹ ਸ਼ੁਕਰ ਕਰਦੇ ਸੀਗੇ। ਔਰ ਫਿਰ ਉਸ ਤੋਂ ਬਾਅਦ ਉਹਨਾਂ ਦੀ ਦੁਆ ਸ਼ੁਰੂ ਹੁੰਦੀ ਸੀ। ਪ੍ਰਭੂ ਨੇ ਕਿਹਾ ਕਿ ਉਹ ਮੈਂ ਨੇਮ ਖਤਮ ਕਰਨ ਨਹੀਂ ਆਇਆ। ਸੋ ਆਓ ਮੇਰੇ ਨਾਲ ਪਹਿਲਾਂ 5ਵੇਂ ਭਾਗ ਦੇ ਵਿੱਚ ਆਓ, ਪੰਨਾ 7 ਨਵੇਂ ਨਿਯਮ ਦਾ, ਅਗਰ ਤੁਹਾਡੇ ਕੋਲ ਨਵੀਂ ਪੰਜਾਬੀ ਦੀ ਬਾਈਬਲ ਔਰ ਉਸ ਦੀ 17 ਤੋਂ ਲੈ ਕੇ 20 ਤੱਕ ਕੋਈ ਜਨ ਪੜ੍ਹੇ। ਮੈਂ ਪੜ੍ਹ ਦਿੰਦੀ ਬਸ ਜੀ। ਹਾਂਜੀ, ਨੇਮ ਸੰਬੰਧੀ ਸਿੱਖਿਆ। ਇਹ ਨਾ ਸੋਚੋ ਕਿ ਮੈਂ ਨੇਮ ਸ਼ਾਸਤਰ ਅਤੇ ਨਬੀਆਂ ਦੀਆਂ ਸਿੱਖਿਆਵਾਂ ਨੂੰ ਖਤਮ ਕਰਨ ਆਇਆ ਹਾਂ। ਮੈਂ ਉਹਨਾਂ ਨੂੰ ਖਤਮ ਕਰਨ ਨਹੀਂ ਸਗੋਂ ਪੂਰਨ ਕਰਨ ਆਇਆ ਹਾਂ। ਯਾਦ ਰੱਖੋ ਜਦੋਂ ਤੱਕ ਅਤੇ ਆਕਾਸ਼ ਅਤੇ ਧਰਤੀ ਹਨ, ਨੇਮ ਸ਼ਾਸਤਰ ਦੀ ਇੱਕ ਬਿੰਦੀ ਜਾਂ ਮਾਤਰਾ ਵੀ ਨਹੀਂ ਖਤਮ ਹੋਵੇਗੀ ਜਦੋਂ ਤੱਕ ਇਹ ਸਭ ਚੀਜ਼ਾਂ ਹੋ ਨਾ ਜਾਣ। ਇਸ ਲਈ ਜੋ ਕੋਈ ਛੋਟੀ ਤੋਂ ਛੋਟੀ ਆਗਿਆ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਅਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਹਿੰਦਾ ਹੈ, ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਛੋਟਾ ਹੋਵੇਗਾ। ਇਸੇ ਤਰ੍ਹਾਂ ਜੋ ਕੋਈ ਨੇਮ ਨੂੰ ਮੰਨਦਾ ਹੈ ਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਸਿਖਾਉਂਦਾ ਹੈ, ਉਹ ਸਵਰਗ ਦੇ ਰਾਜ ਵਿੱਚ ਵੱਡਾ ਹੋਵੇਗਾ। ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਤੱਕ ਤੁਸੀਂ ਪਰਮੇਸ਼ਰ ਦੇ ਸੱਚ ਨੂੰ ਮੰਨਣ ਵਿੱਚ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਤੋਂ ਅੱਗੇ ਨਾ ਲੰਘੋ, ਤੁਸੀਂ ਸਵਰਗ ਦੇ ਰਾਜ ਵਿੱਚ ਨਹੀਂ ਜਾ ਸਕਦੇ। ਦੇਖਦੇ ਹਾਂ ਇੱਥੇ ਕੀ ਦੱਸਿਆ ਗਿਆ। ਸੋ ਉਹ ਜਿਹੜਾ ਨੇਮ, ਜਿਹੜਾ ਉਹ ਤਾਲੀਤ ਅਸੀਂ ਦੇਖਿਆ ਸੀ, ਪੇੜਸ਼ਾ ਦੇਖਿਆ ਸੀਗਾ, ਉਹ ਜਿਹੜਾ ਨੇਮ ਜਿਹੜਾ ਇਧਰਲੀਆਂ ਦੋਨਾਂ ਲਟਾਂ ਨੂੰ ਫੜ ਕੇ ਤਾਂ ਉਹ ਆਪਣੇ ਦਿਲ ਤੇ ਰੱਖਦੇ ਸੀ ਕਿ ਪ੍ਰਭੂ ਇਹ ਤੂੰ ਸਾਨੂੰ ਦਿੱਤੀਆਂ, ਔਰ ਫਿਰ ਦੂਸਰੀਆਂ ਲਟਾਂ ਲਿਆ ਕੇ ਉਸ ਦੇ ਉੱਤੇ ਰੱਖਦੇ ਸੀ। ਇਹ 10 ਤੂੰ ਸਾਨੂੰ 10 ਨੇਮ ਦਿੱਤੇ, ਅਸੀਂ 10 ਨੇਮ ਸਵੀਕਾਰ ਕੀਤੇ, ਔਰ ਇਹਦੇ ਕਰਕੇ ਤੇਰੇ ਨੇਮ ਦੇ ਕਰਕੇ ਸਾਡੀ ਜਿਹੜੀ ਜ਼ਿੰਦਗੀ ਆ ਉਸ ਦੇ ਵਿੱਚ ਤੇਰੀ ਰੋਸ਼ਨੀ ਹੈ, ਕਿਉਂਕਿ ਉਸ ਦੇ ਵਿੱਚ ਤੇਰਾ ਰਸਤਾ ਆ ਔਰ ਉਸ ਰਸਤੇ ਤੇ ਅਸੀਂ ਚੱਲਦੇ ਹਾਂ। ਸੋ ਪ੍ਰਭੂ ਯਿਸੂ ਮਸੀਹ ਨੇ ਉਹ ਨੇਮ ਨੂੰ ਖਤਮ ਨਹੀਂ ਕੀਤਾ, ਬਲਕਿ ਅਗਰ ਦੇਖੀਏ ਤਾਂ ਪ੍ਰਭੂ ਨੇ ਉਸ ਨੇਮ ਨੂੰ ਹੁਣ ਅੱਗੇ ਵਧਾਇਆ, ਉਸ ਨੇਮ ਨੂੰ ਅੱਗੇ ਵਧਾਇਆ। ਇਹਨਾਂ ਦੇ ਵਿੱਚੋਂ ਅਸੀਂ 2-3 ਚੀਜ਼ਾਂ ਦੇਖਦੇ ਹਾਂ। ਸੋ ਆਓ ਅਸੀਂ ਪਹਿਲਾਂ ਗੁੱਸੇ ਦੇ ਸੰਬੰਧ ਵਿੱਚ ਦੇਖਦੇ ਹਾਂ। ਅਸੀਂ ਇਸ ਨੂੰ 21 ਤੋਂ ਲੈ ਕੇ 26 ਆਇਤ ਤੱਕ ਦੇਖਦੇ ਹਾਂ ਕਿ ਪ੍ਰਭੂ ਨੇ ਗੁੱਸੇ ਦੇ ਬਾਰੇ ਸਾਨੂੰ ਕੀ ਸਿਖਾਇਆ। ਉੱਥੇ ਵੀ ਹਾਂਜੀ, ਗੁੱਸੇ ਸੰਬੰਧੀ ਸਿੱਖਿਆ। ਤੁਸੀਂ ਸੁਣਿਆ ਹੈ ਕਿ ਪ੍ਰਾਚੀਨ ਕਾਲ ਵਿੱਚ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ, ਕਤਲ ਨਾ ਕਰਨਾ, ਜੋ ਕਤਲ ਕਰੇਗਾ ਉਹ ਅਦਾਲਤ ਦੇ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਆਪਣੇ ਭਰਾ ਤੇ ਗੁੱਸੇ ਹੋਵੇਗਾ ਉਹ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ, ਅਤੇ ਜੋ ਆਪਣੇ ਭਰਾ ਨੂੰ ਬੁਰਾ ਭਲਾ ਕਹੇਗਾ ਉਹ ਸਭਾ ਦੁਆਰਾ ਦੋਸ਼ੀ ਠਹਿਰਾਇਆ ਜਾਵੇਗਾ। ਇਸ ਤਰ੍ਹਾਂ ਜੋ ਕੋਈ ਆਪਣੇ ਭਰਾ ਨੂੰ ਕਹੇ, ਹੇ ਮੂਰਖਾ, ਉਹ ਨਰਕ ਕੁੰਡ ਦੇ ਯੋਗ ਹੋਵੇਗਾ। ਇਸ ਲਈ ਜੇਕਰ ਤੂੰ ਪਰਮੇਸ਼ਰ ਦੇ ਨਾਂ ਤੇ ਆਪਣਾ ਚੜਾਵਾ ਚੜਾਉਣ ਲਈ ਬੇਦੀ ਤੇ ਜਾਂਦਾ ਹੈ ਤਾਂ ਉੱਥੇ ਤੈਨੂੰ ਚੇਤਾ ਆ ਜਾਂਦਾ ਹੈ ਕਿ ਤੇਰੇ ਭਰਾ ਨੇ ਤੇਰੇ ਵਿਰੁੱਧ ਕੁਝ ਗਿਲਾ ਹੈ, ਤਾਂ ਤੂੰ ਆਪਣਾ ਚੜਾਵਾ ਉੱਥੇ ਬੇਦੀ ਦੇ ਸਾਹਮਣੇ ਰੱਖ ਦੇ। ਤੁਰੰਤ ਪਹਿਲਾਂ ਜਾ ਕੇ ਉਸ ਨਾਲ ਮੇਲ ਕਰ ਤੇ ਫਿਰ ਆ ਕੇ ਆਪਣਾ ਚੜਾਵਾ ਚੜਾ। ਜੇਕਰ ਕੋਈ ਤੇਰੇ ਵਿਰੁੱਧ ਮੁਕੱਦਮਾ ਚਲਾਉਂਦਾ ਹੈ ਤਾਂ ਛੇਤੀ ਹੀ ਉਸ ਨਾਲ ਸਮਝੌਤਾ ਕਰ ਲੈ, ਜਦੋਂ ਕਿ ਤੁਸੀਂ ਦੋਵੇਂ ਅਜੇ ਅਦਾਲਤ ਦੇ ਰਾਹ ਵਿੱਚ ਹੀ ਹੋ। ਨਹੀਂ ਤਾਂ ਉਹ ਤੈਨੂੰ ਜੱਜ ਦੇ ਹਵਾਲੇ ਕਰ ਦੇਵੇਗਾ ਅਤੇ ਜੱਜ ਤੈਨੂੰ ਪੁਲਿਸ ਦੇ ਹਵਾਲੇ,
ਇਸ ਤਰ੍ਹਾਂ ਫਿਰ ਤੂੰ ਕੈਦ ਵਿੱਚ ਸੁੱਟ ਦਿੱਤਾ ਜਾਵੇਂਗਾ। ਯਾਦ ਰੱਖ, ਫਿਰ ਤੂੰ ਉਸ ਸਮੇਂ ਤੱਕ ਨਹੀਂ ਛੁੱਟ ਸਕੇਗਾ ਜਦੋਂ ਤੱਕ ਤੂੰ ਜੁਰਮਾਨੇ ਦਾ ਪੈਸਾ ਨਾ ਭਰ ਦੇਵੇਂਗਾ। ਥੈਂਕ ਯੂ। ਹਾਂਜੀ, ਤੇ ਇੱਥੇ ਕੀ ਦੇਖਦੇ ਪਏ ਆ, ਬੜਾ ਸਿੰਪਲ ਜਿਹੇ ਤਰੀਕੇ ਦੇ ਨਾਲ ਇਸ ਨੂੰ ਦੇਖਦੇ ਆ ਕਿ ਤੇਰੀ ਜਿਹੜੀ ਜ਼ਬਾਨ ਆ, ਤੇਰੀ ਜਿਹੜੀ ਜੀਭ ਆ, ਇਹ ਤੇ ਇੰਨੇ ਕੰਟਰੋਲ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਤੂੰ ਇਹ ਸਮਝ ਕਿ ਇਹ 32 ਦੰਦਾਂ ਦੇ ਪਿੱਛੇ ਆ, ਔਰ ਫਿਰ ਇੱਕ ਦਰਵਾਜ਼ਾ ਜਿਹੜਾ ਮੂਹਰੇ ਬੰਦ ਹੁੰਦਾ। ਅਗਰ ਤੂੰ ਇਸ ਦੇ ਵਿੱਚੋਂ ਬਰਕਤ ਵਾਲੀ ਚੀਜ਼ ਨਹੀਂ ਕਿਸੇ ਦੇ ਲਈ ਕੱਢ ਸਕਦਾ ਤੇ ਬਦਸੀਸ ਹੈ। ठीक, सो फिर उसने कहा कि अगर तेनू चेता आ जाता किसी चीज का कि तेरा भरा तेरे नाल किसी चीज तो गुस्से और तू मंदिर नू जाना पिया, तू मैनू मनाउण आ रही, तो भाई पहला तू अपने भरा नाल जाके जो मन मुटाव उसनू खत्म कर, तू अपना पासा ठीक रख। अगला माफ करे ना करे, माफी मंगे ना मंगे, तेनू ओहदे नाल नहीं, पर जिसले तू मेरी हजूरी दे विच आउणा तेरा मन बिल्कुल बेला होवे, तो अपने रस्ते दे विचों ये सारियां रुकावटां कढ के आ। अगर तू चाहना कि तू मेरे नाल कम्यूनियन करनी, कम्यूनियन ये नहीं कि असी उथों रस लै लिया पी लिया ते अंगूरां दा दाख रस पी लिया ते रोटी खा ली, दैट्स नॉट, वो तो सिर्फ असी याद करते हैं। पर जिहड़ी कम्यूनियन सानू प्रभु ने दित्ती है सेम ओही आ जिहड़ी वो मूसा दे नाल करदा सी, जिहड़ी उसने अब्राहम के नाल कीती। वो एक रिश्ता चाहुंदा साडे नाल, धर्म नहीं चाहुंदा, धर्म नहीं चाहुंदा, रिश्ता चाहुंदा। सो इसे करके एक चीज आपां होर देखते हैं और फिर असी अज दी दुआ दे विच बधांगे। सो आओ 38 तो असी देखते हैं जिथे बदले दे बारे दस्या गया, 38 तो लैके 42 तक जिसमें पढ़ते हैं। ਹਾਂਜੀ, ਬਦਲਾ ਲੈਣ ਸੰਬੰਧੀ ਸਿੱਖਿਆ। ਤੁਸੀਂ ਇਹ ਸੁਣ ਚੁੱਕੇ ਹੋ ਕਿ ਪਿਛਲੇ ਸਮੇਂ ਵਿੱਚ ਇਹ ਵੀ ਕਿਹਾ ਗਿਆ ਸੀ, ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਤੁਹਾਡੇ ਨਾਲ ਬੁਰਾ ਵਰਤਾਵ ਕਰਦਾ ਹੈ ਉਸ ਤੋਂ ਬਦਲਾ ਨਾ ਲਵੋ। ਜੇਕਰ ਕੋਈ ਤੇਰੀ ਸੱਜੀ ਗੱਲ ਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਕਰ ਦੇ। ਇਸ ਤਰ੍ਹਾਂ ਜੇਕਰ ਕੋਈ ਤੇਰੇ ਤੇ ਮੁਕੱਦਮਾ ਕਰਕੇ ਤੇਰੇ ਤੋਂ ਤੇਰਾ ਕੁੜਤਾ ਲੈਣਾ ਚਾਹੇ ਤਾਂ ਉਸਨੂੰ ਆਪਣੀ ਚਾਦਰ ਵੀ ਲੈਣ ਦੇ। ਫਿਰ ਜੇਕਰ ਕੋਈ 1 ਮੀਲ ਤੱਕ ਤੈਨੂੰ ਵਗਾਰ ਦੇ ਤੌਰ ਤੇ ਲੈ ਜਾਏ ਤਾਂ ਤੂੰ ਉਸ ਨਾਲ 2 ਮੀਲ ਤੱਕ ਜਾ। ਜੇਕਰ ਕੋਈ ਤੇਰੇ ਤੋਂ ਕੁਝ ਮੰਗੇ ਤਾਂ ਉਸ ਨੂੰ ਦੇ, ਅਤੇ ਜੇ ਤੇਰੇ ਤੋਂ ਉਧਾਰ ਚਾਹੇ ਤਾਂ ਉਸ ਨੂੰ ਇਨਕਾਰ ਨਾ ਕਰ। ਆਮੀਨ। ਕਹਿਣ ਦਾ ਕੀ ਮਤਲਬ ਆ ਕਿ ਤੇਰਾ ਜਿਹੜਾ ਸੁਭਾਅ ਆ ਔਰ ਇਹਨਾਂ ਚੀਜ਼ਾਂ ਦੇ ਨਾਲ ਸਾਡੇ ਸੁਭਾਅ ਦੇ ਵਿੱਚ ਬਦਲਾਅ ਆਉਂਦਾ, ਜਿਸ ਲਈ ਅਸੀਂ ਇਹਨਾਂ ਚੀਜ਼ਾਂ ਨੂੰ ਯਾਦ ਕਰਦੇ ਹਾਂ। ਸਾਡੇ ਮਨ ਦੇ ਵਿੱਚ ਕੀ ਇਹ ਮੈਂ ਸਾਰੀਆਂ ਗੱਲਾਂ ਕਰ ਸਕਦਾ? ਐਬਸੋਲੂਟਲੀ ਨਾਟ। ਕੀ ਮੇਰੇ 'ਚ ਸਾਰੀਆਂ ਚੀਜ਼ਾਂ ਹੈਗੀਆਂ? ਨਹੀਂ। ਪਰ ਕੀ ਮੇਰੇ ਅੰਦਰ ਚਾਹਤ ਹੈਗੀ ਆ? ਯੈਸ। ਪਰ ਕੀ ਮੈਂ ਉਹੀ ਆ ਜਿਹੜਾ ਮੈਂ ਅੱਜ ਤੋਂ 5 ਸਾਲ ਪਹਿਲਾਂ ਸੀ? ਨਹੀਂ, ਕਿਉਂਕਿ ਚਾਹਤ ਸੀ ਪ੍ਰਭੂ ਨੇ ਬਹੁਤ ਚੀਜ਼ਾਂ 'ਚ ਬਦਲਾਅ ਲੈ ਕੇ ਆਉਂਦਾ, ਔਰ ਇਹ ਸਿਰਫ ਤੇ ਸਿਰਫ ਪ੍ਰਭੂ ਦੀ ਦਇਆ। ਮੈਂ ਨਹੀਂ ਕਰ ਸਕਿਆ। ਜੇ ਮੈਂ ਕਹਾਂ ਕਿ ਮੈਂ ਆ ਕਰ ਲਿਆ ਤੇ ਮੈਂ ਆ ਕਰ ਲਿਆ, ਐਬਸੋਲੂਟਲੀ ਨਾਟ, ਐਬਸੋਲੂਟਲੀ ਨਾਟ। ਪ੍ਰਭੂ ਨੇ ਕੀਤਾ, ਔਰ ਉਸ ਦੇ ਨਾਮ ਦਾ ਸ਼ੁਕਰ ਹੈ। ਜਿਹੜੀ ਉਹ ਚੇਂਜ ਲੈ ਕੇ ਆਉਂਦਾ, ਉਹ ਮੈਨੂੰ ਖੁਦ ਨੂੰ ਪਤਾ ਲੱਗਦੀ ਹੈ ਕਿ ਆਹ ਚੇਂਜ ਆਈ ਹੈ ਮੇਰੇ 'ਚ। ਫਿਰ ਮੈਂ ਪ੍ਰਭੂ ਦਾ ਸ਼ੁਕਰ ਕਰਦਾ, ਪ੍ਰਭੂ ਤੇਰਾ ਸ਼ੁਕਰ, ਤੂੰ ਸੱਚਮੁੱਚ ਮੈਨੂੰ ਬਦਲ ਰਿਹਾ।
ਤੂੰ ਸੱਚਮੁੱਚ ਮੈਨੂੰ ਉਹ ਬਣਾ ਰਿਹਾ ਜੋ ਤੂੰ ਚਾਹੁੰਦਾ, ਜੋ ਤੂੰ ਚਾਹੁੰਦਾ। ਸੋ ਹੁਣ ਸਾਨੂੰ ਪ੍ਰਭੂ ਜਿਹੜਾ ਉਹ ਦਾਨ ਦੇ ਵੱਲ ਨੂੰ ਲੈ ਕੇ ਜਾ ਰਿਹਾ। ਸੋ ਆਓ 6ਵਾਂ ਭਾਗ ਹੋ ਜਾਣਾ ਇਸ ਦੇ 1 ਤੋਂ 4 ਆਇਤ ਤੱਕ। ਦਾਨ ਸੰਬੰਧੀ ਸਿੱਖਿਆ। ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਭਲੇ ਕੰਮ ਲੋਕਾਂ ਦੇ ਸਾਹਮਣੇ ਦਿਖਾਵੇ ਦੇ ਲਈ ਨਾ ਹੋਣ। ਇਸ ਤਰ੍ਹਾਂ ਕਰਨ ਤੇ ਤੁਹਾਨੂੰ ਤੁਹਾਡੇ ਪਿਤਾ ਤੋਂ ਜਿਹੜਾ ਸਵਰਗ ਵਿੱਚ ਹੈ ਕੋਈ ਫਲ ਨਹੀਂ ਮਿਲੇਗਾ। ਇਸ ਲਈ ਜਦੋਂ ਤੂੰ ਦਾਨ ਪੁੰਨ ਕਰੇ ਤਾਂ ਇਸ ਦੇ ਲਈ ਢੰਡੋਰਾ ਨਾ ਪਟਾ, ਜਿਸ ਤਰ੍ਹਾਂ ਪਖੰਡੀ ਪ੍ਰਾਰਥਨਾ ਸਭਾਵਾਂ ਤੇ ਗਲੀਆਂ ਕੂਚਿਆਂ ਵਿੱਚ ਕਰਦੇ ਹਨ ਕਿ ਲੋਕੀ ਉਹਨਾਂ ਦੀ ਵਡਿਆਈ ਕਰਨ। ਯਾਦ ਰੱਖੋ, ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਫਲ ਪਾ ਚੁੱਕੇ ਹਨ। ਸੋ ਜਦੋਂ ਤੂੰ ਪੁੰਨ ਦਾਨ ਕਰੇ ਤਾਂ ਇਸ ਤਰ੍ਹਾਂ ਕਰਕੇ ਜੋ ਤੇਰਾ ਸੱਜਾ ਹੱਥ ਕਰਦਾ ਹੈ ਉਸ ਦਾ ਪਤਾ ਤੇਰੇ ਖੱਬੇ ਹੱਥ ਤੱਕ ਨੂੰ ਵੀ ਨਾ ਲੱਗੇ। ਗੱਲ ਕੀ ਤੇਰਾ ਪੁੰਨ ਦਾਨ ਬਿਲਕੁਲ ਗੁਪਤ ਹੋਵੇ, ਜਿਸ ਦਾ ਫਲ ਤੇਰਾ ਪਿਤਾ ਜੋ ਗੁਪਤ ਗੱਲਾਂ ਨੂੰ ਜਾਣਦਾ ਹੈ ਦੇਵੇਗਾ। ਸੋ ਇਹ ਬੜੀ ਇਸ ਚੀਜ਼ ਦੇ ਨਾਲ ਦੇ ਵਿੱਚ ਜਿਹੜੀ ਸਾਨੂੰ ਚੀਜ਼ ਸਿਖਾਈ ਗਈ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਮੈਂ ਤੇਰਾ ਸਵਰਗੀ ਬਾਪ ਤੈਨੂੰ ਦਿੰਦਾ ਔਰ ਫਿਰ ਮੈਂ ਤੈਨੂੰ ਉਦੋਂ ਪਤਾ ਲੱਗਦਾ ਜਿਸ ਵੇਲੇ ਤੈਨੂੰ ਮਿਲਦਾ। ਇਸੇ ਤਰ੍ਹਾਂ ਜਿਸਲੇ ਮੈਂ ਤੈਨੂੰ ਕਿਸੇ ਯੋਗ ਬਣਾਵਾਂ ਤੇ ਮਿਲਣ ਵਾਲੇ ਨੂੰ ਸਿਰਫ ਪਤਾ ਲੱਗੇ ਕਿ ਉਸ ਨੂੰ ਮਿਲਿਆ ਔਰ ਉਸਦੀ ਜਿਹੜੀ ਸ਼ੁਕਰਗੁਜ਼ਾਰੀ ਆ ਉਹ ਮੇਰੇ ਲਈ ਹੋਏ, ਕਿਉਂਕਿ ਮੈਂ ਤੈਨੂੰ ਦਿੱਤਾ, ਮੈਂ ਤੈਨੂੰ ਇਸ ਯੋਗ ਬਣਾਇਆ। ਪਰ ਜੇ ਤੂੰ ਢੰਡੋਰਾ ਪਿੱਟਣਾ ਹੈ ਤੇ ਫਿਰ ਉਸ ਢੰਡੋਰੇ ਦੇ ਵਿੱਚ ਤੇਰਾ ਜਿਹੜਾ ਹੈਗਾ ਦਾਨ ਪੁੰਨ ਉਹ ਢੰਡੋਰੇ ਦੇ ਵਿੱਚ ਹੀ ਲੱਗ ਗਿਆ। ਤੂੰ ਸ਼ੋਹਰਤ ਚਾਹੀਦਾ ਆਪਣੀ, ਤੈਨੂੰ ਤੇਰੀ ਸ਼ੋਹਰਤ ਮਿਲ ਗਈ। ਆਪਣੇ ਨਾਂ ਇੱਟਾਂ ਪੱਥਰਾਂ ਤੇ ਨਾ ਲਿਖਾ ਕੇ ਇਹਨੇ ਇੰਨਾ ਦਾਨ ਦਿੱਤਾ ਸੀ ਇਸ ਚੀਜ਼ ਦੇ ਲਈ। ਲੇਕਿਨ ਜਿੰਨਾ ਜੋ ਤੂੰ ਕਰ ਸਕਦਾ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਤੇਰੇ ਸੱਜੇ ਹੱਥ ਨੂੰ ਨਾ ਪਤਾ ਲੱਗੇ ਤੇਰਾ ਖੱਬਾ ਹੱਥ ਕੀ ਕਰਦਾ। ਉਹ ਤੇਰਾ ਉਹ ਸ਼ੁਕਰਗੁਜ਼ਾਰੀ ਤੇਰੀ ਹੋਵੇ ਕਿ ਪ੍ਰਭੂ ਤੇਰਾ ਸ਼ੁਕਰ ਆ ਤੂੰ ਮੈਨੂੰ ਇਸ ਯੋਗ ਬਣਾਇਆ, ਤੂੰ ਮੈਨੂੰ ਇਸ ਯੋਗ ਬਣਾਇਆ ਕਿ ਮੈਂ ਕਰ ਸਕਿਆ। ਐਂਡ ਟਰਸਟ ਮੀ, ਇਸ ਕੋਵਿਡ ਦੇ ਸੀਜ਼ਨ ਦੇ ਵਿੱਚ ਲੋਕਾਂ ਨੇ ਇੰਨਾ ਦਾਨ ਪੁੰਨ ਕੀਤਾ, ਇੰਨਾ ਲੋਕਾਂ ਨੇ ਲੋਕਾਂ ਦੇ ਘਰਾਂ ਦੇ ਮੂਹਰੇ ਜਾ ਕੇ ਗਰੋਸਰੀ ਰੱਖ ਕੇ ਆ ਗਏ, ਲੇਕਿਨ ਕਿਸੇ ਨੂੰ ਪਤਾ ਤੱਕ ਨਹੀਂ ਲੱਗਾ ਕਿ ਕੌਣ ਸੀ, ਕੌਣ ਛੱਡ ਗਿਆ। ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਈਆਂ। Of course, ਪ੍ਰਭੂ ਉਹਨਾਂ ਨੂੰ ਬਰਕਤ ਦੇਗਾ ਜਿਨ੍ਹਾਂ ਨੇ ਚੁੱਪਚਾਪ ਸਭ ਕੁਝ ਕੀਤਾ, ਕਿਉਂਕਿ ਉਹਨਾਂ ਦੀ ਬਰਕਤ ਹੁਣ ਪ੍ਰਭੂ ਦੇ ਕੋਲੋਂ ਹੋਈ। ਗ੍ਰੀਟਿੰਗ ਕਾਰਡ ਤੋਂ ਨਹੀਂ ਆਉਣੀ ਕਿ ਥੈਂਕ ਯੂ ਤੁਸੀਂ ਮੇਰੇ ਲਈ ਆ ਕੀਤਾ। ਸਾਡਾ ਦਾਨ ਪੁੰਨ ਜਿਹੜਾ ਹੁੰਦਾ ਉਹ ਇਸ ਲਈ ਹੁੰਦਾ ਕਿ ਪ੍ਰਭੂ ਤੋਂ ਮੈਨੂੰ ਇਸ ਯੋਗ ਬਣਾਇਆ ਕਿ ਮੈਂ ਕਰ ਸਕੇ। ਠੀਕ, ਸੋ there's a difference between the giving ਜਿਹੜੀ ਅਸੀਂ ਚਰਚ ਨੂੰ ਦਿੰਦੇ ਆ ਔਰ ਜਿਹੜਾ ਅਸੀਂ ਡੋਨੇਸ਼ਨ ਦਿੰਦੇ ਆ। ਜਿਹੜੀ ਅਸੀਂ ਚਰਚ ਨੂੰ ਗਿਵਿੰਗ ਦਿੰਦੇ ਆ ਇਟਸ ਨਾਟ ਅ ਡੋਨੇਸ਼ਨ। ਐਂਡ ਜਦੋਂ ਅਸੀਂ ਅੱਗੇ ਵਧਾਂਗੇ we will see that. ਸੋ ਹੁਣ ਅਸੀਂ ਉਸ ਹਿੱਸੇ ਦੇ ਵਿੱਚ ਆਏ ਹਾਂ। ਹੁਣ ਉਹ ਪਲੇਟਫਾਰਮ ਬਣ ਗਿਆ ਜਿੱਥੇ ਪ੍ਰਭੂ ਨੇ ਹੁਣ ਦੁਆ ਕਰਨੀ ਸਿਖਾਉਣੀ ਹੈ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦੁਆ ਕਰਨੀ ਸਿਖਾਉਣੀ ਹੈ ਔਰ ਅਸੀਂ ਵਾਪਸ ਨਿਕੋਡੇਮਸ ਤੇ ਫਿਰ ਜਾਵਾਂਗੇ ਔਰ ਫਿਰ ਦੇਖਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਨੇ ਕਿਉਂ ਉਸ ਬੰਦੇ ਨੂੰ ਐਡੀ ਵੱਡੀ ਬਰਕਤ ਮਿਲੀ। ਬਹੁਤ ਵੱਡੀ ਬਰਕਤ ਉਸ ਨੂੰ ਮਿਲੀ ਨਿਕੋਡੇਮਸ ਨੂੰ ਉੱਥੇ, ਕਿਉਂਕਿ ਜਿੱਦਾਂ ਦੀ ਕਿਸੇ ਦੀ ਚਾਹਤ ਸੀ ਨਾ ਉਸੇ ਤਰੀਕੇ ਦੇ ਨਾਲ ਪ੍ਰਭੂ ਉਹਨਾਂ ਨੂੰ ਆਪਣੇ ਕੋਲ ਲੈ ਕੇ ਆਇਆ
ਸੋ ਇੱਕ ਦਿਨ ਅਸੀਂ ਇਹ ਵੀ ਦੇਖਾਂਗੇ ਕਿ 12 ਚੇਲੇ ਕਿਸ ਤਰ੍ਹਾਂ ਪ੍ਰਭੂ ਦੇ ਕੋਲ ਆਏ ਔਰ ਉਹਨਾਂ ਦੀ ਆਪਣੀ ਲਾਈਫ ਦੇਖਾਂਗੇ ਔਰ ਕਿਸ ਤਰ੍ਹਾਂ ਪ੍ਰਭੂ ਨੇ ਉਹਨਾਂ ਦੀ ਲਾਈਫ ਦੀ ਅਕੋਰਡਿੰਗਲੀ ਆਪਣੇ ਕੋਲ ਉਹਨਾਂ ਨੂੰ ਲੈ ਕੇ ਆਇਆ। ਉਹ ਅਸੀਂ ਕਿਸੇ ਦਿਨ ਦੇਖਾਂਗੇ, ਜਿਸ ਲਈ ਆਪਾਂ ਨਿਊ ਟੈਸਟਮੈਂਟ 'ਚ ਆ ਜਾਵਾਂਗੇ। ਸੋ ਆਓ ਹੁਣ ਆਪਾਂ ਮੇਨ ਚੀਜ਼ ਤੇ ਆ ਗਏ। ਸੋ 5 ਆਇਤ ਤੋਂ ਲੈ ਕੇ 15 ਆਇਤ ਤੱਕ ਅਸੀਂ ਦੇਖਾਂਗੇ। ਮੈਂ ਪੜ੍ਹਦਾ ਪਾਸ਼ਾ ਜੀ। Go ahead. ਪ੍ਰਾਰਥਨਾ ਸੰਬੰਧੀ ਸਿੱਖਿਆ। ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਪਖੰਡੀਆਂ ਵਾਂਗੂ ਨਾ ਕਰੋ। ਉਹ ਪ੍ਰਾਰਥਨਾ ਸਭਾਵਾਂ ਅਤੇ ਗਲੀਆਂ ਕੂਚਿਆਂ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਕਿ ਲੋਕੀ ਉਹਨਾਂ ਨੂੰ ਦੇਖਣ। ਯਾਦ ਰੱਖੋ, ਉਹ ਆਪਣਾ ਫਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ। ਇਸ ਲਈ ਜਦੋਂ ਤੂੰ ਪ੍ਰਾਰਥਨਾ ਕਰੇ ਤਾਂ ਆਪਣੇ ਕਮਰੇ ਵਿੱਚ ਜਾ, ਦਰਵਾਜ਼ਾ ਬੰਦ ਕਰ ਅਤੇ ਆਪਣੇ ਪਿਤਾ ਅੱਗੇ ਜੋ ਗੁਪਤ ਵਿੱਚ ਹੈ ਪ੍ਰਾਰਥਨਾ ਕਰ। ਇਸ ਤੇ ਤੇਰਾ ਪਿਤਾ ਜੋ ਗੁਪਤ ਗੱਲਾਂ ਦਾ ਜਾਣਨ ਵਾਲਾ ਹੈ ਤੈਨੂੰ ਫਲ ਦੇਵੇਗਾ। ਪ੍ਰਾਰਥਨਾ ਕਰਦੇ ਵੇਲੇ ਆਪਣੀ ਪ੍ਰਾਰਥਨਾ ਵਿੱਚ ਅੰਧ ਵਿਸ਼ਵਾਸੀਆਂ ਦੀ ਤਰ੍ਹਾਂ ਬਾਰ-ਬਾਰ ਇੱਕ ਹੀ ਗੱਲ ਨਾ ਕਰੋ, ਕਿਉਂਕਿ ਉਹ ਸੋਚਦੇ ਹਨ ਕਿ ਬਹੁਤ ਬੋਲਣ ਨਾਲ ਪਰਮੇਸ਼ਰ ਉਹਨਾਂ ਦੀ ਸੁਣ ਲਵੇਗਾ। ਉਹਨਾਂ ਦੀ ਤਰ੍ਹਾਂ ਨਾ ਬਣੋ, ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ, ਹੇ ਪਿਤਾ, ਤੂੰ ਜੋ ਸਵਰਗ ਵਿੱਚ ਹੈ, ਤੇਰਾ ਨਾਂ ਪਵਿੱਤਰ ਮੰਨਿਆ ਜਾਏ, ਤੇਰਾ ਰਾਜ ਆਏ, ਤੇਰੀ ਇੱਛਾ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਤੇ ਵੀ ਪੂਰੀ ਹੋਵੇ। ਸਾਡੀ ਅੱਜ ਦੀ ਰੋਟੀ ਸਾਨੂੰ ਦੇ। ਸਾਡੀਆਂ ਗਲਤੀਆਂ ਸਾਨੂੰ ਮਾਫ਼ ਕਰ, ਜਿਸ ਤਰ੍ਹਾਂ ਅਸੀਂ ਆਪਣੇ ਗਲਤੀਆਂ ਕਰਨ ਵਾਲਿਆਂ ਨੂੰ ਮਾਫ਼ ਕੀਤਾ ਹੈ। ਸਾਨੂੰ ਪਰਤਾਵੇ ਵਿੱਚ ਨਾ ਪੈਣ ਦੇ, ਸਗੋਂ ਬੁਰੇ ਤੋਂ ਬਚਾ, ਕਿਉਂਕਿ ਰਾਜ, ਸ਼ਕਤੀ ਅਤੇ ਮਹਿਮਾ ਸਦਾ ਤੇਰੇ ਹੀ ਹਨ। ਸੋ ਜੇਕਰ ਤੁਸੀਂ ਦੂਜਿਆਂ ਲੋਕਾਂ ਦੇ ਅਪਰਾਧਾਂ ਨੂੰ ਮਾਫ਼ ਕਰ ਦੇਵੋਗੇ ਤਾਂ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਤੁਹਾਨੂੰ ਵੀ ਮਾਫ਼ ਕਰ ਦੇਵੇਗਾ। ਪਰ ਜੇਕਰ ਤੁਸੀਂ ਦੂਜਿਆਂ ਦੇ ਅਪਰਾਧ ਨਹੀਂ ਮਾਫ਼ ਕਰੋਗੇ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧਾਂ ਨੂੰ ਮਾਫ਼ ਨਹੀਂ ਕਰੇਗਾ। ਆਮੀਨ। ਸੋ ਇੱਥੇ ਅਸੀਂ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਇੱਥੇ ਅਪਰਾਧਾਂ ਦੀ ਗੱਲ ਬਾਰ-ਬਾਰ ਚੱਲਦੀ ਪਈ ਆ। ਅਸੀਂ ਬਾਰ-ਬਾਰ ਉਸ ਚੀਜ਼ ਨੂੰ ਦੇਖਦੇ ਪਏ ਹਾਂ। ਸੋ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਜਿਹੜੀ ਚੀਜ਼ ਦੱਸੀ ਗਈ ਹੈ ਕਿ ਜਦੋਂ ਤੁਸੀਂ ਪ੍ਰਾਰਥਨਾ ਕਰੋ, ਹੁਣ ਇੱਥੇ ਤੁਸੀਂ ਦੇਖਿਓ ਕਿੱਦਾਂ ਇਸ ਚੀਜ਼ ਨੂੰ ਬਦਲਦਾ, ਇਸ ਚੀਜ਼ ਨੂੰ ਕਿੱਦਾਂ ਬਦਲ ਹੁੰਦੀ ਹੈ। ਜਦੋਂ ਤੁਸੀਂ ਪ੍ਰਾਰਥਨਾ ਕਰੋ ਤੇ ਪਖੰਡੀਆਂ ਦੇ ਵਾਂਗ ਨਾ ਕਰੋ। ਕਿਉਂ? ਜਿਸ ਲਈ ਪ੍ਰਭੂ ਯਿਸੂ ਮਸੀਹ ਆਏ ਸੀ ਔਰ ਜਿਸ ਲਈ ਉਹਨਾਂ ਨੇ ਲੋਕਾਂ ਦਾ ਹਾਲ ਦੇਖਿਆ, ਉਹ ਸ਼ੁਰੂ ਤੋਂ ਉਹਨਾਂ ਦਾ ਹਾਲ ਦੇਖਦੇ ਪਏ ਸੀ। ਤੇ ਜਿਹੜੇ ਫਰੀਸੀ ਹੁੰਦੇ ਸੀਗੇ ਉਹ ਰਾਹਾਂ ਕੂਚਿਆਂ ਦੇ ਵਿੱਚ ਖੜੇ ਹੋ ਕੇ ਲੰਬੀਆਂ ਲੰਬੀਆਂ ਦੁਆਵਾਂ ਕਰਦੇ ਹੁੰਦੇ ਸੀ ਔਰ ਉਹਨਾਂ ਨੇ ਕਈ ਤਾਂ ਇੰਨੇ ਪਖੰਡੀ ਸੀ, ਦੱਸਦੇ ਸੀ ਕਿ ਉਸ ਸਮੇਂ ਦੇ ਵਿੱਚ ਕਿ ਉਹਨਾਂ ਨੇ ਆਪਣਾ ਜਿਹੜਾ ਉਂਗਲਾਂ ਹੁੰਦੀਆਂ ਸੀ ਨਾ, ਉਹ ਜਿਹੜੀ ਮਿਰਚ ਹੁੰਦੀ ਆ, ਮਿਰਚ ਦੇ ਰਸ ਦੇ ਵਿੱਚ ਮਾੜੀਆਂ ਜੀਆਂ ਲਾਈਆਂ ਹੁੰਦੀਆਂ ਸੀ ਔਰ ਉਹ ਕਰਦੇ ਕਰਦੇ ਆਪਣੀਆਂ ਉਂਗਲਾਂ ਆਪਣੀਆਂ ਅੱਖਾਂ ਨੂੰ ਲਾ ਲੈਂਦੇ ਸੀ ਤੇ ਉੱਥੋਂ ਫਿਰ ਅਥਰੂ ਵਗਣ ਲੱਗ ਪੈਂਦੇ ਸੀ। ਫਿਰ ਉਹਨਾਂ ਨੇ ਇੱਕ ਬੰਦਾ ਰੱਖਿਆ ਹੁੰਦਾ ਸੀਗਾ ਜਿਹੜਾ ਕਿ ਦੱਸਦਾ ਹੁੰਦਾ ਸੀਗਾ ਕਿ ਇੱਕ ਮੇਰੇ ਵਰਗਾ ਚੇਲਾ ਰੱਖਿਆ ਹੁੰਦਾ ਸੀਗਾ। ਉਹ ਕਹਿਣਾ, ਦੇਖ ਇਸ ਬੰਦੇ ਨੂੰ ਕਿੰਨਾ ਫਿਕਰ ਇਜ਼ਰਾਈਲ, ਇਸ ਨੂੰ ਕੌਮ ਦਾ ਕਿੰਨਾ ਫਿਕਰ ਆ, ਦੇਖੋ ਇਹ ਕਿੱਦਾਂ ਦੁਆ ਕਰਦਾ। ਉਹਦੇ ਨਾਲ ਉਹ ਆਪਣਾ ਆਪ ਲੋਕਾਂ ਦੇ ਵਿੱਚ ਉੱਚਾ ਉਠਾਉਂਦੇ ਸੀ। ਸੋ ਇਹ ਇੱਕ ਪਖੰਡੀਆਂ ਵਾਲੀ ਦੁਆ ਸੀ ਜਿਹੜੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕੀ ਸੀ। ਔਰ ਇਸ ਕਰਕੇ ਵਿਵਸਥਾ ਦਾ ਤਾਂ ਦੋਨਾਂ ਨੂੰ ਪਤਾ ਸੀਗਾ। ਵਿਵਸਥਾ ਦਾ ਅਸੀਂ ਦੇਖੀਏ ਕਿ ਉਸਨੇ ਕਿਹਾ ਕਿ ਮੂਸਾ ਨੇ ਜਿਸ ਦੇ ਬਾਰੇ ਕਿਹਾ ਸੀ, ਮੁਕਤੀ ਦਾਤਾ ਦੇ ਬਾਰੇ ਲਿਖਿਆ ਸੀ, ਔਰ ਦੂਸਰਾ ਵਿਵਸਥਾ ਜਿਸ ਦੇ ਬਾਰੇ ਦੱਸਦੀ ਆ, ਅਸੀਂ ਉਸ ਨੂੰ ਲੱਭ ਲਿਆ। ਉਹ ਯਿਸੂ ਮਸੀਹ ਆ ਜੋ ਨਾਸਰਤ ਦਾ ਰਹਿਣ ਵਾਲਾ। ਸੋ ਹੁਣ ਵਿਵਸਥਾ ਤਾਂ ਇਹਨਾਂ ਫਰੀਸੀਆਂ ਨੂੰ ਵੀ ਪਤਾ ਸੀ, ਧਰਮ ਗ੍ਰੰਥੀਆਂ ਨੂੰ ਵੀ ਪਤਾ ਸੀ, ਪਰ ਵਿਵਸਥਾ ਜਿਹੜੀ ਸੀ ਉਹ ਨਿਕੋਡੀਮਸ ਨੂੰ ਵੀ ਪਤਾ ਸੀ। ਠੀਕ? ਔਰ ਵਿਵਸਥਾ ਜਿਹੜੀ ਸੀਗੀ ਉਹ ਨਥਾਨੀਅਲ ਨੂੰ ਵੀ ਪਤਾ ਸੀ। ਫਰਕ ਕੀ ਸੀ? ਫਰਕ ਇਹ ਸੀ ਕਿ ਨਥਾਨੀਅਲ ਜਿਸ ਲਈ ਦੁਆ ਕਰ ਰਿਹਾ ਸੀ
ਉਹ ਇਕਾਂਤ ਦੇ ਵਿੱਚ ਪ੍ਰਭੂ ਦੇ ਹਜ਼ੂਰੀ ਦੇ ਵਿੱਚ ਗਿਆ ਸੀ। ਉਹ ਧਰਮ ਗ੍ਰੰਥੀ ਜਿਸ ਲਈ ਦੁਆ ਕਰਦੇ ਸੀ, ਉਹ ਸਿਰਫ ਦੁਆ ਲੋਕਾਂ ਦੇ ਦਿਖਾਵੇ ਦੇ ਲਈ ਹੁੰਦੀ ਸੀ। ਸਵੇਰ ਦੀ ਦੁਆ ਦਾ ਜਿਸ ਲਈ ਨਗਾੜਾ ਫੂਕਿਆ ਜਾਂਦਾ ਸੀ, ਬਸ ਉਸ ਲਈ ਦੁਆ ਕਰਦੇ ਸੀ ਬਾਹਰ ਆ ਕੇ। ਦੁਪਹਿਰ ਦੀ ਦੁਆ ਦਾ ਜਿਸ ਲਈ ਨਗਾੜਾ ਫੂਕਿਆ ਜਾਂਦਾ ਸੀ, ਉਸ ਲਈ ਬਾਹਰ ਆਉਂਦੇ ਸੀ। ਔਰ ਸ਼ਾਮ ਦੀ ਦੁਆ ਦਾ ਜਿਸ ਲਈ ਨਗਾੜਾ ਫੂਕਿਆ ਜਾਂਦਾ ਸੀ, ਉਸ ਲਈ ਬਾਹਰ ਆ ਕੇ ਦੁਆ ਕਰਦੇ ਸੀ। ਦਿਖਾਵੇ ਦੇ ਲਈ ਦੁਆਵਾਂ ਹੁੰਦੀਆਂ ਸੀ ਉਹਨਾਂ ਦੇ। ਲੇਕਿਨ ਇਹ ਬੰਦਾ ਜਿਸ ਦੇ ਬਾਰੇ ਅਸੀਂ ਕੱਲ ਦੇਖਿਆ, ਉਹ ਦਿਖਾਵੇ ਦੇ ਲਈ ਦੁਆ ਨਹੀਂ ਕਰਦਾ। ਠੀਕ, ਸੋ ਇਸ ਕਰਕੇ ਪ੍ਰਭੂ ਨੇ ਸਾਨੂੰ ਇਹ ਚੀਜ਼ ਦੱਸੀ ਆ। ਕਹਿੰਦਾ ਜਦ ਤੁਸੀਂ ਦੁਆ ਕਰੋ ਤੇ ਪਖੰਡੀਆਂ ਦੇ ਵਾਂਗ ਨਾ ਕਰੀ, ਪਰ ਜਦੋਂ ਤੂੰ ਦੁਆ ਕਰੇ। ਸੋ ਇੱਕ ਵੱਡਾ ਗਰੁੱਪ, ਉਸ ਦੇ ਵਿੱਚੋਂ ਪ੍ਰਭੂ ਨੇ ਸਿੱਧੀ ਜਿਹੜਾ ਇਸ਼ਾਰਾ ਕੀਤਾ ਹੈਗਾ, ਉਹ ਮੇਰੀ ਜਾਨ ਦੇ ਵੱਲ ਨੂੰ ਕੀਤਾ, ਮੇਰੇ ਵੱਲ ਨੂੰ ਕੀਤਾ। ਇਸ ਦਾ ਮਤਲਬ ਕੀ ਆ ਕਿ ਮੇਰੀ ਇੱਕ ਪਰਸਨਲ ਦੁਆ ਦੀ ਜ਼ਿੰਦਗੀ ਪ੍ਰਭੂ ਪਰਮੇਸ਼ਵਰ ਦੇ ਨਾਲ ਹੋਣੀ ਚਾਹੀਦੀ ਹੈ। ਤੂੰ ਆਪਣਾ ਕਮਰਾ ਬੰਦ ਕਰ। ਕੀ ਇਸ ਦਾ ਮਤਲਬ? ਬੇਸਿਕਲੀ ਪ੍ਰਭੂ ਸਾਨੂੰ ਇਹ ਕਹਿ ਰਹੇ ਆ ਕਿ ਤੂੰ, ਉਹ ਜਿਸ ਤਰ੍ਹਾਂ ਮੂਸਾ ਮੈਨੂੰ ਪਹਾੜ ਤੇ ਮਿਲਣ ਆਉਂਦਾ ਸੀ, ਫਿਰ ਕੋਈ ਹੋਰ ਅੰਦਰ ਆ ਨਹੀਂ ਸੀ ਸਕਦਾ, ਔਰ ਉਹ ਤੇ ਮੈਂ ਹੁੰਦੇ ਸੀ। ਉਸ ਤੋਂ ਬਾਅਦ ਜਦ ਵੀ ਮੂਸਾ, ਉਹ ਜਿਹੜਾ ਉਜਾੜ ਦੇ ਵਿੱਚ ਜਿਹੜਾ ਤੰਬੂ ਬਣਾਇਆ ਗਿਆ ਸੀ, ਉਸ ਦੀ ਪਵਿੱਤਰ ਜਗ੍ਹਾ ਦੇ ਉੱਤੇ, ਅਤ ਪਵਿੱਤਰ ਜਗ੍ਹਾ ਤੇ ਆਉਂਦਾ ਸੀ, ਤਾਂ ਉੱਥੇ ਹੋਰ ਕੋਈ ਨਹੀਂ ਹੁੰਦਾ ਸੀ। ਉੱਥੇ ਮੈਂ ਤੇ ਮੂਸਾ ਹੁੰਦੇ ਸੀ। ਔਰ ਮੂਸਾ ਜਿਸ ਮਰਜ਼ੀ ਵੇਲੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਸਕਦਾ ਸੀ। ਹਾਰੂਨ ਨਹੀਂ ਸੀ ਜਾ ਸਕਦਾ। ਹਾਰੂਨ ਪੁਰੋਹਿਤ ਸੀਗਾ, ਪ੍ਰਜਾ ਏਦਾਂ ਨਹੀਂ ਸੀ ਜਾ ਸਕਦਾ, ਪਰ ਮੂਸਾ ਜਾ ਸਕਦਾ ਸੀ। ਸੋ ਸਾਨੂੰ ਜਿਹੜਾ ਹੱਕ ਦਿੱਤਾ ਪ੍ਰਭੂ ਨੇ, ਉਹ ਮੂਸਾ ਵਾਲਾ ਦਿੱਤਾ। ਸੋ ਬਹੁਤ ਸਾਰੇ ਇੱਥੇ ਅਸੀਂ ਇੱਕ ਮਿਸਟੇਕ ਕਰ ਜਾਂਦੇ ਹਾਂ। ਇਸ ਦੇ ਬਾਰੇ ਮੈਂ ਬਹੁਤ ਸਰਮਨ ਸੁਣੇ ਆ, ਔਰ ਉਹ ਕਹਿੰਦੇ ਜਿੱਦਾਂ ਹਾਈ ਪ੍ਰੀਸਟ ਜਾਂਦਾ ਹੁੰਦਾ ਸੀ। ਨੋ ਇਟਸ ਨਾਟ, ਜਿੱਦਾਂ ਮੂਸਾ ਜਾਂਦਾ ਹੁੰਦਾ ਸੀ। ਔਰ ਮੂਸਾ ਕੀ ਕਹਿੰਦਾ ਸੀ ਲੋਕਾਂ ਨੂੰ? ਅੱਛਾ, ਮੈਂ ਪ੍ਰਭੂ ਦੀ ਇੱਛਾ ਬਾਰੇ ਜਾਣ ਕੇ ਆਉਣਾ। ਲੇਕਿਨ ਹਾਰੂਨ ਨਹੀਂ ਇਹ ਕਹਿ ਸਕਦਾ ਸੀ। ਜੋ ਮੂਸਾ ਦੇ ਨਾਲ ਉਸਦਾ ਰਿਸ਼ਤਾ ਸੀ। ਉਸਨੇ ਕਿਹਾ ਨਬੀਆਂ ਨੂੰ ਮੈਂ ਸੁਪਨਿਆਂ ਦੇ ਵਿੱਚ ਦੱਸਦਾ, ਜਾਂ ਕਿਸੇ ਹੋਰ ਤਰੀਕੇ ਦੇ ਨਾਲ ਦੱਸਦਾ, ਉਹਨਾਂ ਦੇ ਨਾਲ ਗੱਲ ਕਰਦਾ, ਪਰ ਮੇਰਾ ਆਪਣੇ ਸੇਵਕ ਮੂਸਾ ਦੇ ਨਾਲ ਮੇਰਾ ਇਹ ਰਿਸ਼ਤਾ ਨਹੀਂ। ਇਸ ਦੇ ਨਾਲ ਮੈਂ ਮੂੰਹ ਤੋਂ ਮੂੰਹ ਗੱਲ ਕਰਦਾ। ਇਸ ਵੇਲੇ ਇਸ ਕਰਕੇ ਮੂਸਾ ਜਦੋਂ ਵਾਪਸ ਆਉਂਦਾ ਸੀ ਤਾਂ ਉਹਦੇ ਚਿਹਰੇ ਤੇ ਇੰਨੀ ਚਮਕ ਹੁੰਦੀ ਸੀ ਕਿ ਉਸਨੂੰ ਆਪਣੇ ਚਿਹਰੇ ਦੇ ਮੂਹਰੇ ਕੱਪੜਾ ਕਰਨਾ ਪੈਂਦਾ ਸੀ। ਔਰ ਅਸੀਂ ਦੁਆ ਦੇ ਵਿੱਚ ਇੰਨੀਆਂ ਚੀਜ਼ਾਂ ਮਿਕਸ ਕਰ ਲਈਆਂ ਕਿ ਅਸੀਂ ਉਹ ਪ੍ਰਭੂ ਦੀ ਹਜ਼ੂਰੀ ਨੂੰ ਪ੍ਰਾਪਤ ਨਹੀਂ ਕਰਦੇ। ਸੋ ਕਹਿੰਦਾ ਜਦ ਤੂੰ ਮੇਰੇ ਕੋਲ ਆਏ ਤਾਂ ਆਪਣਾ ਕਮਰਾ ਬੰਦ ਕਰ। ਜਦ ਤੂੰ ਮੇਰੀ ਹਜ਼ੂਰੀ ਚ ਆਏ, ਮੇਕ ਅ ਪਰਸਨਲ ਟਾਈਮ। ਅਲਾਰਮ ਲਾਓ। ਮੈਂ ਤੁਹਾਨੂੰ ਤੁਹਾਡੇ ਨਾਲ ਵਾਅਦਾ ਕਰਦਾ ਕਿ 1-2 ਦਿਨ ਹੀ ਤੁਹਾਨੂੰ ਅਲਾਰਮ ਲਾਉਣਾ ਪੈਣਾ, ਉਸ ਤੋਂ ਬਾਅਦ ਤੁਹਾਡੀ ਜਾਗ ਆਪੇ ਖੁੱਲ ਜਾਏਗੀ। ਔਰ ਸ਼ੁਰੂ ਤੁਸੀਂ 5 ਜਾਂ 7 ਮਿੰਟ ਤੋਂ ਹੋਣਾ, ਇਹ ਵੀ 2 ਮਿੰਟ ਤੋਂ, ਪਰ ਜਿੱਦਾਂ ਜਿੱਦਾਂ ਕਚਰਾ ਰਸਤੇ ਚੋਂ ਹਟਦਾ ਜਾਣਾ, ਜਿਹੜਾ ਅਸੀਂ ਪਾ ਕੇ ਬੈਠੇ ਹਾਂ, ਪਤਾ ਵੀ ਨਹੀਂ ਲੱਗਣਾ ਕਿ ਕਿਸੇ ਵੇਲੇ ਘੰਟੇ ਮਤੀ ਸਮਾਂ ਗੁਜ਼ਰ ਗਿਆ।
ਐਂਡ ਦੈਟ ਇਜ਼ ਜਦੋਂ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਣਾ, ਜਦੋਂ ਅਸੀਂ ਕਮਰਾ ਬੰਦ ਕਰਨਾ ਸਿੱਖ ਲੈਂਦੇ, and there is nobody there, ਹੋਰ ਕੋਈ ਨਹੀਂ, ਸਿਰਫ ਮੈਂ ਤੇ ਮੇਰਾ ਪਰਮੇਸ਼ਰ ਬਸ। and that's communion, that's communion। ਜਿਹੜੀ communion ਜਿਹੜਾ ਅਸੀਂ ਪ੍ਰਭੂ ਭੋਜ ਲੈਂਦੇ ਆ, ਚਰਚ ਦੇ ਵਿੱਚ ਲੈਂਦੇ ਆ, ਉਹ ਅਸੀਂ ਯਾਦ ਕਰਦੇ ਹਾਂ ਕਿ ਸਾਡੇ ਪ੍ਰਭੂ ਦਾ ਸਰੀਰ ਸਾਡੇ ਲਈ ਤੋੜਿਆ ਗਿਆ, ਸਾਡੇ ਪ੍ਰਭੂ ਨੂੰ ਸਰੀਰ ਦੀ ਮੌਤ ਸਾਡੇ ਲਈ ਦਿੱਤੀ ਗਈ, ਸਾਡਿਆਂ ਪਾਪਾਂ ਦੇ ਕਾਰਨ ਉਹ ਮਰਿਆ, ਸਾਡੇ ਪਾਪਾਂ ਦੀ ਕੀਮਤ ਦੇਣ ਦੇ ਲਈ ਸਾਡਾ ਪ੍ਰਭੂ ਨੂੰ ਸਰੀਰ ਦਿੱਤੀ ਗਈ। ਪਰ ਇਹ ਜਿਹੜੀ ਕਮਿਊਨੀਅਨ ਪ੍ਰਭੂ ਸਾਡੇ ਨਾਲ ਚਾਹੁੰਦਾ ਹੈ, ਉਹ ਹੈ ਉਹ 1-to-1 ਰਿਸ਼ਤਾ। ਉਹ ਉਸ ਵਰਸ ਦੇ ਵਿੱਚ ਛੁਪਿਆ ਆ ਕਿ ਜਿੰਨਿਆਂ ਨੇ ਉਹ ਆਪਣਿਆਂ ਕੋਲ ਆਇਆ, ਆਪਣਿਆਂ ਨੇ ਉਸਨੂੰ ਸਵੀਕਾਰ ਨਾ ਕੀਤਾ, ਪਰ ਜਿੰਨਿਆਂ ਨੇ ਉਸਨੂੰ ਸਵੀਕਾਰ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਸੋ ਇਹ ਸੰਤਾਨ ਦਾ ਤੇ ਬਾਪ ਦਾ ਰਿਸ਼ਤਾ ਹੈ, ਔਰ ਇਸ ਕਰਕੇ ਉਸਨੂੰ ਇੱਥੇ ਰੱਬ ਨਹੀਂ ਕਿਹਾ ਗਿਆ, ਇੱਥੇ ਉਸਨੂੰ ਕੋਈ ਨਾਮ ਨਹੀਂ ਦਿੱਤਾ ਗਿਆ, ਇੱਥੇ ਉਸਨੂੰ ਗਾਡ ਨਹੀਂ ਕਿਹਾ ਗਿਆ, ਇੱਥੇ ਕਿਉਂਕਿ ਸਾਡੇ ਕੋਲ ਉਹ ਮਸੀਹ ਦੇ ਰਾਹੀਂ ਸਾਨੂੰ ਉਹ ਅਧਿਕਾਰ ਦਿੱਤਾ ਗਿਆ, ਇਸ ਕਰਕੇ ਅਸੀਂ ਉਸਨੂੰ ਬਾਪ ਕਹਿੰਦੇ ਹਾਂ। ਸੋ ਕਹਿੰਦਾ ਪ੍ਰਾਰਥਨਾ ਕਰਨ ਦੇ ਵੇਲੇ, ਸੋ ਜਦ ਤੂੰ ਪ੍ਰਾਰਥਨਾ ਕਰ, ਆਪਣਾ ਦਰਵਾਜ਼ਾ ਬੰਦ ਕਰ ਅਤੇ ਆਪਣੇ ਪਿਤਾ ਦੇ ਅੱਗੇ ਜੋ ਗੁਪਤ ਵਿੱਚ ਹੈ ਪ੍ਰਾਰਥਨਾ ਕਰ, ਔਰ ਇਸ ਤੇ ਤੇਰਾ ਪਿਤਾ ਜੋ ਗੁਪਤ ਗੱਲਾਂ ਨੂੰ ਜਾਣਨ ਵਾਲਾ ਹੈ ਤੈਨੂੰ ਫਲ ਦੇਵੇਗਾ। ਸੋ ਉਸ ਤੇ ਉੱਥੋਂ ਖਾਲੀ ਹੱਥ ਨਹੀਂ ਤੂੰ ਮੁੜੇਗਾ। ਸੋ ਹੁਣ ਉੱਥੇ ਜਾ ਕੇ ਮੈਂ ਕਹਿਣਾ ਕੀ ਹੈ ਪ੍ਰਭੂ ਨੂੰ? ਆਪਣੀ ਲਿਸਟ ਲੈ ਕੇ ਜਾਣੀ? How do you feel ਜੇ ਤੁਹਾਡਾ ਬੱਚਾ ਤੁਹਾਡੇ ਕੋਲ ਆਵੇ ਔਰ ਹਰੇਕ ਵੇਲੇ ਉਸ ਕੋ ਸਿਰਫ ਲਿਸਟ, ਮੈਨੂੰ ਆ ਚਾਹੀਦਾ, ਮੈਨੂੰ ਆ ਚਾਹੀਦਾ, ਮੈਨੂੰ ਆਹ ਲਿਆ ਦੇ, ਮੈਨੂੰ ਉਹ ਲਿਆ ਦੇ, ਔਰ ਕਦੀ ਤੁਹਾਨੂੰ ਪੁੱਛੇ ਵੀ ਨਾ ਕਿ ਮਾਂ, ਡੈਡ, how do you feel? Right? So ਪ੍ਰਭੂ ਪਰਮੇਸ਼ਵਰ ਸਭ ਨੂੰ ਪਿਆਰ ਕਰਦਾ। ਪ੍ਰਭੂ ਪਰਮੇਸ਼ਵਰ ਸਭ ਨੂੰ ਪਿਆਰ ਕਰਦਾ, ਇਸ ਕਰਕੇ ਉਸਨੇ ਆਪਣਾ ਇਕਲੌਤਾ ਪੁੱਤਰ ਸਾਨੂੰ ਦਿੱਤਾ ਕਿ ਜੋ ਕੋਈ ਵੀ ਉਸ ਤੇ ਵਿਸ਼ਵਾਸ ਕਰੇ ਉਹ ਮੁਕਤੀ ਪਾਏ। ਠੀਕ? ਸੋ ਉਹ ਹੈ ਸਾਡੇ ਪ੍ਰਭੂ ਪਰਮੇਸ਼ਰ ਦਾ ਪਿਆਰ ਸਾਡੇ ਨਾਲ। ਪਰ ਦੂਜੇ ਪਾਸੇ ਇਹ ਚੀਜ਼ ਕਹੀ ਗਈ ਆ ਕਿ ਜਿਸਲੇ ਉਹ ਸਾਨੂੰ ਇਹ ਗੱਲ ਕਹਿ ਰਿਹਾ ਕਿ ਪ੍ਰਾਰਥਨਾ ਕਰਦੇ ਸਮੇਂ ਆਪਣੀ ਪ੍ਰਾਰਥਨਾ ਅੰਧ ਵਿਸ਼ਵਾਸੀਆਂ ਦੇ ਵਾਂਗ ਇੱਕ ਹੀ ਗੱਲ ਨਾ ਕਰੋ, ਕਿਉਂਕਿ ਉਹ ਸੋਚਦੇ ਹਨ ਕਿ ਬਹੁਤ ਬੋਲਣ ਦੇ ਨਾਲ ਪਰਮੇਸ਼ਰ ਉਹਨਾਂ ਦੀ ਸੁਣਦਾ ਹੈ। ਸੋ ਇਸ ਦੇ ਉੱਤੇ ਬਹੁਤ ਚੀਜ਼ਾਂ ਅਸੀਂ ਦੇਖ ਚੁੱਕੇ ਹਾਂ ਪਹਿਲਾਂ ਵੀ ਕਿ ਇੱਕ ਜਿੱਦ, ਆਪਣੀ ਜਿੱਦ, ਔਰ ਇੱਕੋ ਚੀਜ਼ ਬਾਰ-ਬਾਰ ਬੋਲੀ ਜਾਣੀ, same as ਮੰਤਰ ਤੰਤਰ। It doesn't work that way. ਸੋ ਐਵੇਂ ਅੰਧ ਵਿਸ਼ਵਾਸੀਆਂ ਦੇ ਵਾਂਗ ਇੱਕੋ ਗੱਲ ਨੂੰ ਬੋਲੀ ਜਾਣ ਦੇ ਨਾਲ ਜੇ ਅਸੀਂ ਕਹੀਏ ਕਿ ਪ੍ਰਭੂ ਸਾਨੂੰ ਬਰਕਤ ਦੇਗਾ, ਉਹਦੇ ਵਿੱਚ ਕੋਈ ਬਰਕਤ ਨਹੀਂ ਹੋਏਗੀ। ਉਹ ਸਿਰਫ ਸਾਡੇ ਮਨ ਨੂੰ ਸਹਾਰਾ ਹੋਏਗਾ ਕਿ ਮੈਂ ਜਾ ਕੇ ਅੱਜ ਦੁਆ ਕਰ ਲਈ ਤੇ ਮੈਂ ਆ ਕਹਿਤਾ। ਲੇਕਿਨ ਉਹਨਾਂ ਦੀ ਤਰ੍ਹਾਂ ਨਾ ਬਣੋ, ਕਿਉਂਕਿ ਤੁਹਾਡਾ ਪਿਤਾ, ਹੁਣ ਦੇਖੋ ਬਾਰ-ਬਾਰ ਇਹ ਚੀਜ਼ ਆਉਣੀ, ਕਿਉਂਕਿ ਤੁਹਾਡਾ ਪਿਤਾ ਸਵਰਗੀ ਬਾਪ, ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ।
ਸੋ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ। ਹੁਣ ਅਸੀਂ ਇਸ ਦੇ ਵਿੱਚ ਦੇਖਾਂਗੇ ਕਿ ਕਿੰਨੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਤੋਂ ਛੁਟਕਾਰਾ ਆ ਇਸ ਦੁਆ ਦੇ ਵਿੱਚ। ਕਿੰਨਾ ਪਰਸਨਲ ਰਿਸ਼ਤਾ ਆ ਪ੍ਰਭੂ ਦੇ ਨਾਲ। ਪ੍ਰਭੂ ਨੇ ਸਾਨੂੰ ਪਿਆਰ ਕੀਤਾ, ਉਸਨੇ ਆਪਣਾ ਇਕਲੌਤਾ ਪੁੱਤਰ ਦਿੱਤਾ ਕਿ ਜੋ ਕੋਈ ਉਸ ਦੇ ਉੱਤੇ ਵਿਸ਼ਵਾਸ ਕਰੇ ਨਜਾਤ ਪਾਏ, ਮੁਕਤੀ ਪਾਏ। ਇਹ ਉਸਦਾ ਪਿਆਰ ਸਾਡੇ ਨਾਲ ਕਿ ਉਸਨੇ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਸਲੀਬ ਦੇ ਉੱਤੇ ਦਿੱਤਾ। ਲੇਕਿਨ ਸਾਡਾ ਪਿਆਰ ਕੀ ਹੈ ਪ੍ਰਭੂ ਦੇ ਨਾਲ? ਇਹ ਜਿਹੜਾ ਸਮਾਂ ਆ, ਇਹ ਅਸੀਂ ਪ੍ਰਭੂ ਨੂੰ ਦੱਸਦੇ ਕਿ ਪ੍ਰਭੂ ਮੈਂ ਤੈਨੂੰ ਕਿੰਨਾ ਪਿਆਰ ਕਰਦਾ। ਤੂੰ ਜਾਣਦਾ ਸਾਰਾ ਕੁਝ, ਜਿਹੜੀਆਂ ਚੀਜ਼ਾਂ ਦੀ ਮੈਨੂੰ ਲੋੜ ਆ, ਜਿਹੜੀਆਂ ਮੇਰੀਆਂ ਤਨ ਦੀ ਜ਼ਰੂਰਤ ਆ ਤੂੰ ਜਾਣਦਾ, ਜਿਹੜੀ ਮੇਰੇ ਮਨ ਦੀ ਜ਼ਰੂਰਤ ਆ ਤੂੰ ਜਾਣਦਾ, ਜਿਹੜੀ ਮੇਰੀ ਆਤਮਾ ਦੀ ਜ਼ਰੂਰਤ ਆ ਤੂੰ ਜਾਣਦਾ। ਪਰ तेरी जरूरत की है? That's the question. ਉਹ ਮੇਰੇ ਨਾਲ ਉੱਥੇ ਉਹ ਮੈਨੂੰ ਚਾਹੁੰਦਾ, 100% ਮੈਨੂੰ ਚਾਹੁੰਦਾ, ਮੇਰੀਆਂ ਲਿਸਟਾਂ ਨਹੀਂ ਚਾਹੁੰਦਾ। ਔਰ ਜਿਹੜੀਆਂ ਚੀਜ਼ਾਂ ਅੱਖਾਂ ਨੇ ਦੇਖੀਆਂ ਨੇ, ਕੰਨਾਂ ਨੇ ਸੁਣੀਆਂ ਨੇ, ਆਪਣੇ ਪਿਆਰ ਕਰਨ ਵਾਲਿਆਂ ਦੇ ਲਈ ਪ੍ਰਭੂ ਨੇ ਉਹ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਜਿਹੜੇ ਉਹਨੂੰ ਪਿਆਰ ਕਰਦੇ। ਅਸੀਂ ਦੇਖ ਕੇ ਹਟੇ ਹਾਂ, ਕਾਲੇਬ ਪ੍ਰਭੂ ਨੂੰ ਪਿਆਰ ਕਰਦਾ। ਉਹ ਕਹੀ ਜਾਂਦੇ ਆ ਇਹ ਦੈਂਤ ਆ, ਉਹ ਕਹਿੰਦਾ ਕੋਈ ਗੱਲ ਨਹੀਂ, ਸਾਡਾ ਪ੍ਰਭੂ ਸਾਡੇ ਨਾਲ, ਇਹ ਕੁਛ ਵੀ ਨਹੀਂ, ਤਾਂ ਮਰੇ ਹੋ ਸਾਰੇ। ਪ੍ਰਭੂ ਨੇ ਕੀ ਕਿਹਾ? ਕਲੇਬ, ਜਿਸਨੇ ਜਿਹੜਾ ਮੇਰੇ ਤੇ ਵਿਸ਼ਵਾਸ ਕੀਤਾ। ਵਿਸ਼ਵਾਸ ਉਸ ਵੇਲੇ, ਅਸਲੀ ਵਿਸ਼ਵਾਸ ਉਸ ਵੇਲੇ ਪੈਦਾ ਹੁੰਦਾ ਜਿਸ ਵੇਲੇ ਅਸੀਂ ਪ੍ਰਭੂ ਨੂੰ ਪਿਆਰ ਕਰਦੇ। ਜਿਸ ਤਰ੍ਹਾਂ ਅਸੀਂ ਆਪਣੇ ਮਾਂ-ਬਾਪ ਨੂੰ ਪਿਆਰ ਕਰਦੇ ਹਾਂ, ਇਸੇ ਤਰ੍ਹਾਂ ਅਸੀਂ ਪ੍ਰਭੂ ਨੂੰ, ਕੋਈ ਜਿਸ ਤਰ੍ਹਾਂ ਕੋਈ ਮਸ਼ੀਨ ਨਹੀਂ ਬਣਾਇਆ ਰੱਬ ਕਿ ਉਹ ਬਹਿਰਾ ਆਇਆ ਜੀ, ਉਹ ਆਪਣੇ ਹੱਥ ਤੇ ਟਾਵਲ ਰੱਖ ਕੇ ਬੈਠਾ, ਉਹ ਕਹਿੰਦਾ ਦੱਸ ਮੈਨੂੰ, ਦੱਸ ਸਹੀ ਮੈਂ ਤੇਰੇ ਲਈ ਕੀ ਕਰਾਂ। ਸਾਡਾ ਪ੍ਰਭੂ ਉਹ ਚਾਹੁੰਦਾ ਕਿ ਉਸਦੀ ਸੰਤਾਨ ਉਸਦੇ ਕੋਲ ਆਏ। मूसा ने कभी अपने लिए कुछ नहीं सी प्रभु तो मंगया, देखा तो। और जिस वेले भी प्रभु लोकां दे उत्ते कहंदा सी ये किदां दे लोक आ, ते ओह उन्हां दे लई तेरा नाम प्रभु, तेरा नाम, तेरे नाम दी निंदा ना होए। ये सी मूसा दा प्यार, तेरे नाम की निंदा ना होए। और इहो ही चीज असीं इत्थे देखदे पए हां कि हे पिता जो तू स्वर्ग दे विच है, तेरा नाम पवित्र मन्निया जाए। किस तरह उहदा नाम पवित्र मन्निया जाएगा? उदा ही कि सारे कही जांदे जी प्रभु पवित्र नहीं, ਜੇ ਉਹਦੇ ਪਿੱਛੇ ਚੱਲਣ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਪਵਿੱਤਰਤਾ ਹੋਏਗੀ, ਮੇਰੀ ਅੱਖ ਦੇ ਵਿੱਚ ਨੀਵਾਂਪਨ ਹੋਏਗਾ, ਝੂਠਾ ਨਹੀਂ, ਮਕਾਰੀ ਨਹੀਂ, ਮਕਾਰ ਨੀਵਾਂਪਨ ਨਹੀਂ, ਅਸਲੀ ਨੀਵਾਂਪਨ ਹੋਏਗਾ। ਮੈਨੂੰ ਆਪਣੇ ਭੈਣਾਂ ਭਰਾਵਾਂ ਦੇ ਨਾਲ ਪਿਆਰ ਹੋਏਗਾ,
ਤੇ ਉਸਦੀ ਪਵਿੱਤਰਤਾ ਆ। ਕਿੱਦਾਂ ਉਸਦਾ ਨਾਮ ਪਵਿੱਤਰ ਮੰਨਿਆ ਜਾਏ? ਮੇਰੀ ਜ਼ਿੰਦਗੀ ਦੇ ਕਾਰਨ, ਕਿਉਂਕਿ ਮੈਂ ਇਹ ਕਹਿਣਾ ਕਿ ਪ੍ਰਭੂ ਨੇ ਮੈਨੂੰ ਪਵਿੱਤਰ ਆਤਮਾ ਦਿੱਤੀ ਆ। ਔਰ ਪਵਿੱਤਰ ਆਤਮਾ ਸਿਰਫ ਗਿਫਟਾਂ ਦੇ ਵਿੱਚ ਨਹੀਂ ਛੁਪੀ ਹੋ ਕਿ ਜੀ ਮੈਂ ਪ੍ਰਚਾਰ ਬਹੁਤ ਸੋਹਣਾ ਕਰਦਾ ਕਿ ਪਵਿੱਤਰ ਆਤਮਾ ਹੈ ਮੇਰੇ ਕੋਲ। ਇਹ ਸਿਖਾਇਆ ਜਾ ਸਕਦਾ, ਪ੍ਰਚਾਰ ਕਰਨਾ ਸਿਖਾਇਆ ਜਾ ਸਕਦਾ। ਜਾਂ ਮੈਂ ਬੋਲੀਆਂ ਬੋਲਦਾ ਤਾਂ ਮੇਰੇ ਕੋਲ ਪਵਿੱਤਰ ਆਤਮਾ, ਜਾਂ ਮੈਂ ਚਰਚ ਦੇ ਵਿੱਚ ਆਹ ਕੰਮ ਕਰਦਾ, ਉਹ ਕਰਦਾ, ਜਿਹੜੇ ਕੰਮ ਮੈਨੂੰ ਪ੍ਰਭੂ ਨੇ ਕਰਨ ਨੂੰ ਕਹੇ ਮੇਰੇ ਪਵਿੱਤਰ। It's not. ਉਹ ਤਾਂ ਪ੍ਰਭੂ ਬਾਡੀ ਨੂੰ ਇੱਕ ਰੱਖਣ ਦੇ ਲਈ ਕਰਦਾ ਪਿਆ, ਮੈਨੂੰ ਮੇਰਾ ਉਪਯੋਗ ਕਰਦਾ ਪਿਆ, ਉਸ ਦੇ ਲਈ ਪ੍ਰਭੂ ਦਾ ਸ਼ੁਕਰ। ਪਰ ਜਿਹੜੀ ਮੇਨ ਚੀਜ਼ ਆ ਕਿ ਜੇ ਪਵਿੱਤਰ ਆਤਮਾ ਮੇਰੇ ਅੰਦਰ ਆ ਤੇ ਮੇਰੇ ਜੀਵਨ ਦੇ ਵਿੱਚ ਪਵਿੱਤਰਤਾ ਹੋਣੀ ਚਾਹੀਦੀ, ਮੇਰੇ ਸ਼ਬਦਾਂ 'ਚ ਪਵਿੱਤਰਤਾ ਹੋਣੀ ਚਾਹੀਦੀ ਹੈ, ਮੇਰੀਆਂ ਅੱਖਾਂ ਦੇ ਵਿੱਚ ਪਵਿੱਤਰਤਾ ਹੋਣੀ ਚਾਹੀਦੀ ਹੈ, ਮੇਰੇ ਚਾਲ ਚਲਨ 'ਚ ਪਵਿੱਤਰਤਾ ਹੋਣੀ ਚਾਹੀਦੀ ਹੈ, ਮੈਨੂੰ ਬੁਰਾਈ ਤੋਂ ਘਿਣ ਹੋਣੀ ਚਾਹੀਦੀ ਹੈ, ਮੇਰੀ ਜ਼ਿੰਦਗੀ ਦਿਨ ਬ ਦਿਨ ਬਦਲਦੀ ਹੋਣੀ ਚਾਹੀਦੀ ਹੈ। ਜੋ ਮੈਂ ਕੱਲ ਸੀ ਉਹ ਅੱਜ ਨਹੀਂ ਹੋਣਾ ਚਾਹੀਦਾ, ਅੱਜ ਮੇਰੇ 'ਚ ਬਦਲਾਅ ਹੋਣਾ ਚਾਹੀਦਾ, ਕੁਛ ਨਵਾਂਪਨ ਹੋਣਾ ਚਾਹੀਦਾ, ਕਿਉਂਕਿ ਪਵਿੱਤਰ ਆਤਮਾ ਤਾਂ ਪਵਿੱਤਰ ਕਰਦੀ ਹੈ ਨਾ। ਇੱਕ ਛੋਟਾ ਜਿਹਾ ਬਾਗ ਆ ਕੋਵਿਡ ਦਾ, ਸਾਡੀ ਅੱਖ ਵੀ ਉਹਨੂੰ ਨਹੀਂ ਦੇਖ ਸਕਦੀ। ਬੜੀਆਂ ਵੱਡੀਆਂ ਦੂਰਬੀਨਾਂ ਲਾ ਕੇ, ਬੜੀਆਂ ਮਸ਼ੀਨਾਂ ਲਾ ਕੇ ਤਾਂ ਉਸ ਨੂੰ ਦੇਖਦੇ ਆ। ਸਾਰੀ ਦੁਨੀਆ 'ਚ ਉਹਨੇ ਵਕਤ ਪਾਇਆ ਹੈ, ਔਰ ਜਿਸ ਨੂੰ ਹੋ ਜਾਂਦਾ ਉਸ ਨੂੰ ਵਕਤ ਪੈ ਜਾਂਦਾ। ਤੇ ਪ੍ਰਭੂ ਦਾ ਰੂਪ ਜੋ ਪਵਿੱਤਰ ਆਤਮਾ ਆ, ਜੋ ਪਰਮ ਆਤਮਾ, ਜੋ ਪਰਮਾਤਮਾ ਆ, ਉਹ ਸਾਡੀ ਜ਼ਿੰਦਗੀ ਦੇ ਵਿੱਚ ਹੋਵੇ ਤਾਂ ਸਾਡੀ ਜ਼ਿੰਦਗੀ ਨੂੰ ਕੋਈ ਫਰਕ ਹੀ ਨਾ ਪਵੇ, ਸਾਡੇ 'ਚ ਕੋਈ ਚੇਂਜ ਹੀ ਨਾ ਆਵੇ। That is the main thing. That is the main thing. ਕਿਸੇ ਨੇ ਕਿਹਾ ਕਿ ਜੀ ਮੈਂ ਪਾਸਟਰ ਹੋਣਾ ਕੋਲ ਆਇਆ ਸੀ ਤਾਂ ਮੇਰਾ ਸਿਰ ਦੁਖਦਾ ਸੀ, ਇਹਨਾਂ ਨੇ ਮੇਰੇ ਲਈ ਦੁਆ ਕੀਤੀ ਤਾਂ ਮੇਰਾ ਸਿਰ ਹਟ ਗਿਆ। ਕਹਿੰਦੇ ਠੀਕ ਆ, ਉਹਦੀ ਵਾਈਫ ਬੋਲੀ, ਪਰ ਜਦੋਂ ਤਾਂ ਇਹ ਮੇਰੀ ਜ਼ਿੰਦਗੀ ਦੇ ਵਿੱਚ ਆਇਆ ਮੇਰੇ ਲਈ ਸਿਰ ਦਰਦੀ। ਮੇਰੇ ਸਿਰ ਦੀ ਦਰਦ ਬਣੀ। You got the point, right? ਤੇਰਾ ਰਾਜ ਆਏ, ਕਿੱਥੇ ਆਏ ਮੇਰੀ ਜ਼ਿੰਦਗੀ ਦੇ ਵਿੱਚ ਤੇਰਾ ਰਾਜ। ਤੇਰੀ ਇੱਛਾ ਜਿਸ ਤਰ੍ਹਾਂ ਸਵਰਗ ਦੇ ਵਿੱਚ ਪੂਰੀ ਹੁੰਦੀ ਹੈ, ਇਸ ਧਰਤੀ ਤੇ ਵੀ ਹੋਵੇ, ਇਸ ਮਿੱਟੀ ਤੇ ਵੀ ਹੋਵੇ। ਤੇਰੀ ਇੱਛਾ ਮੇਰੀ ਜ਼ਿੰਦਗੀ ਦੇ ਵਿੱਚ ਪੂਰੀ ਹੋਵੇ। ਇਹ ਚੀਜ਼ਾਂ ਜਿਸ ਲਈ ਮੈਂ ਉਹਦੀ ਹਜ਼ੂਰੀ ਦੇ ਵਿੱਚ ਜਾਣਾ, ਰੱਟਾ ਲਾ ਕੇ ਬੋਲਣ ਦੇ ਲਈ ਨਹੀਂ ਸਾਨੂੰ ਸਿਖਾਈਆਂ ਗਈਆਂ। ਜਿਸ ਵੇਲੇ ਮੈਂ ਉਸ ਇਕਾਂਤ ਦੇ ਵਿੱਚ ਪ੍ਰਭੂ ਦੇ ਕੋਲ ਜਾਣਾ ਤੇ ਮੈਂ ਪ੍ਰਭੂ ਤੋਂ ਇਹ ਚੀਜ਼ਾਂ ਆਪਣੀ ਜ਼ਿੰਦਗੀ ਲਈ। ਪ੍ਰਭੂ ਮੈਂ ਕਿਸੇ ਨੂੰ, ਉਸਨੇ ਕਿਹਾ ਸਾਡੀ ਅੱਜ ਦੀ ਰੋਟੀ ਸਾਨੂੰ ਦੇ। ਕਿਹੜੀ ਰੋਟੀ? ਸਾਨੂੰ ਰੋਟੀ ਤਾਂ ਮੇਰੇ ਤਾਂ ਫ੍ਰਿਜ ਭਰੇ ਪਏ। ਕਿਹੜੀ ਰੋਟੀ? ਮੇਰੀ ਆਤਮਾ ਦੀ ਰੋਟੀ, ਮੇਰੀ ਆਤਮਾ ਦਾ ਖਾਣਾ, ਉਹ ਮੈਨੂੰ ਦੇ। ਇਹ ਚੀਜ਼ਾਂ ਲੈ ਕੇ ਮੈਂ ਉਸ ਇਕਾਂਤ ਦੇ ਵਿੱਚ ਪ੍ਰਭੂ ਦੇ ਕੋਲ ਜਾ ਕੇ ਬਹਿਣਾ, ਉਸ ਬੰਦ ਕਮਰੇ ਦੇ ਵਿੱਚ ਜਾ ਕੇ ਬਹਿਣਾ। ਆਹ ਚੀਜ਼ਾਂ ਮੈਂ ਉਤੋਂ ਮੰਗਦਾ। ਜਿਸ ਤਰ੍ਹਾਂ ਤੂੰ ਮੈਨੂੰ ਸਾਡੀਆਂ ਗਲਤੀਆਂ ਕਰਨ ਵਾਲਿਆਂ, ਸਾਡੀਆਂ ਗਲਤੀਆਂ ਸਾਨੂੰ ਮਾਫ ਕਰ, ਜਿਸ ਤਰ੍ਹਾਂ ਕਿ ਅਸੀਂ ਆਪਣੀ ਗਲਤੀਆਂ ਕਰਨ ਵਾਲਿਆਂ ਨੂੰ ਮਾਫ ਕੀਤਾ ਹੈ। ਮੈਂ ਬਹੁਤ ਵਾਰੀ ਸੁਣਦਾ ਇਹ ਚੀਜ਼ ਕਿ ਸਾਨੂੰ ਸਾਡੀਆਂ ਗਲਤੀਆਂ ਮਾਫ ਕਰ ਤੇ ਦੂਜਿਆਂ ਦੀਆਂ ਗਲਤੀਆਂ ਸਾਨੂੰ ਮਾਫ ਕਰਨ ਦੀ ਤਾਕਤ ਦੇ।
ਉੱਥੇ ਜਾ ਕੇ ਮੈਂ ਉਸਨੂੰ ਦੱਸਦਾ ਕਿ ਪ੍ਰਭੂ ਮੈਂ ਮਾਫ ਨਹੀਂ ਕਰ ਸਕਦਾ। ਸੋ ਜੇ ਮੈਂ ਮਾਫ ਨਹੀਂ ਕਰ ਸਕਦਾ, ਮੈਂ ਮਾਫ ਨਹੀਂ। ਜਿਹੜਾ ਮੇਰਾ ਕਰਮ ਆ ਮੈਨੂੰ ਠੀਕ ਆ, ਮੇਰੇ ਕਰਮਾਂ ਦਾ ਜਿਹੜਾ ਹੈਗਾ ਆ, ਮੈਂ ਕਰਮਾਂ ਦੇ ਕਰਕੇ ਤਾਂ ਨਹੀਂ ਬਚਾਇਆ ਜਾਊਂਗਾ, ਮੇਰੀ ਮੁਕਤੀ ਕਰਮਾਂ ਦੇ ਵਿੱਚ ਤਾਂ ਨਹੀਂ, ਮੇਰੀ ਮੁਕਤੀ ਤਾਂ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਿੱਚ ਛੁਪੀ ਹੋਈ। ਮੈਂ ਮੁਕਤ ਹਾਂ, ਮੈਂ ਮੁਕਤ ਹਾਂ। ਮੈਨੂੰ ਕਿਸੇ ਧਰਮ ਸਥਾਨ ਤੇ ਜਾਣ ਦੀ ਲੋੜ ਨਹੀਂ, ਮੈਨੂੰ ਕਿਸੇ ਕਿਤੇ ਜਾ ਕੇ ਮੱਥੇ ਟੇਕਣ ਦੀ ਲੋੜ ਨਹੀਂ, ਮੈਨੂੰ ਕਿਸੇ ਪਹਾੜਾਂ ਦੀਆਂ ਖੁੰਦਰਾਂ 'ਚ ਜਾਣ ਦੀ ਲੋੜ ਨਹੀਂ, ਮੈਨੂੰ ਕਿਸੇ ਦਰਿਆ ਦੇ ਕੰਢੇ ਦੇ ਵਿੱਚ ਬੈਠਣ ਦੀ ਜਾ ਕੇ ਲੋੜ ਨਹੀਂ, ਕਿਉਂਕਿ ਮੈਂ ਮੁਕਤ ਹਾਂ। ਮੈਨੂੰ ਪ੍ਰਭੂ ਯਿਸੂ ਮਸੀਹ ਨੇ ਮੁਕਤ ਕਰ ਦਿੱਤਾ ਹੈ, ਔਰ ਹੁਣ ਮੈਨੂੰ ਮੁਕਤ ਹੋਏ ਇਨਸਾਨ ਵਰਗੀ ਜ਼ਿੰਦਗੀ ਜੀਣੀ ਸਿਖਾ। ਇੱਕ ਮੁਕਤ ਇਨਸਾਨ ਕਿੱਦਾਂ ਦੀ ਜ਼ਿੰਦਗੀ ਜਿਉਂਦਾ, ਮੈਨੂੰ ਉਹ ਜ਼ਿੰਦਗੀ ਜੀਣੀ ਸਿਖਾ। ਸੋ ਸਾਨੂੰ ਪ੍ਰਤਾਵੇ ਵਿੱਚ ਨਾ ਪੈਣ ਦੇ, ਕਿਉਂਕਿ ਰਾਜ ਸ਼ਕਤੀ ਮਹਿਮਾ ਤੇਰੇ ਹਨ ਔਰ ਸਦਾ ਤੇਰੇ ਹਨ। ਔਰ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ। ਸੋ ਜਿਸ ਵੇਲੇ ਮੈਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠਾ ਹਾਂ, ਉਹ ਮੇਰੀ ਆਪਣੀ ਆਤਮਾ ਦਾ, ਮੇਰੇ ਮਨ ਦਾ, ਮੇਰੇ ਸਰੀਰ ਦਾ ਨਿਰੀਖਣ, ਐਨ ਛੋਟੀ ਸੂਈ ਲੈ ਕੇ ਫੋਲਦਾ ਉੱਥੇ ਬੈਠ ਕੇ। ਫਿਰ ਬਾਪ ਨੂੰ ਦਿਖਾਉਣਾ ਕਿ ਦੇਖ ਇੱਥੇ ਕੈਂਸਰ, ਸਰੀਰਕ ਕੈਂਸਰ ਨਹੀਂ, ਜਿਹੜਾ ਮੇਰੇ ਮਨ ਦੇ, ਜਿਹੜਾ ਇਸ ਦੇ ਬੰਦੇ 'ਚ ਜਿਹੜਾ ਬਾਂਦਰ ਬੈਠਾ ਆ, ਉਹ ਦਿਖਾਉਣਾ ਕਿ ਇੱਥੇ ਆ ਫੋੜਾ ਆ ਅੰਦਰ, ਇਸ ਨੂੰ ਸਾਫ਼ ਕਰ। ਔਰ ਫਿਰ ਪ੍ਰਭੂ ਨੇ, ਮੈਂ ਤੁਹਾਡੇ 2 ਮਿੰਟ ਹੋਰ ਲਵਾਂਗਾ ਮੇਰੇ ਨਾਲ, ਇਸ ਦਾ ਅੱਗੇ ਚੱਲ ਕੇ ਯੂਹੰਨਾ ਦੇ ਪਹਿਲੇ ਚੈਪਟਰ ਦੇ ਵਿੱਚ ਮੇਰੇ ਨਾਲ। ਔਰ ਜਿਸ ਵੇਲੇ ਅਸੀਂ ਦੇਖਦੇ ਹਾਂ ਕਿ ਨਥਾਨੀਅਲ ਨੂੰ ਪ੍ਰਭੂ ਮਿਲਿਆ ਤੇ ਉਸ ਨੂੰ ਦੇਖੋ ਕੀ ਉਹ ਕਹਿ ਰਿਹਾ। ਸੋ ਅਗਲੇ ਦਿਨ ਯਿਸੂ 43 ਆਇਤ ਤੋਂ ਮੈਂ ਪੜੂੰਗਾ। ਅਗਲੇ ਦਿਨ ਯਿਸੂ ਨੇ ਗਲੀਲ ਦੇ ਇਲਾਕੇ ਨੂੰ ਜਾਣ ਦਾ ਇਰਾਦਾ ਕੀਤਾ। ਉੱਥੇ ਉਹਨਾਂ ਨੂੰ ਫਿਲਿਪਸ ਮਿਲਿਆ। ਯਿਸੂ ਨੇ ਫਿਲਿਪਸ ਨੂੰ ਕਿਹਾ, ਮੇਰੇ ਪਿੱਛੇ ਆ। ਫਿਲਿਪਸ ਅੰਦਰਿਆਸ ਅਤੇ ਪਤਰਸ ਦੇ ਨਗਰ ਦਾ ਬੈਤਸੈਦਾ ਦਾ ਰਹਿਣ ਵਾਲਾ ਸੀ। ਫਿਰ ਫਿਲਿਪਸ ਨਥਾਨੀਅਲ ਨੂੰ ਮਿਲਿਆ ਅਤੇ ਉਸਨੇ ਨਥਾਨੀਅਲ ਨੂੰ ਕਿਹਾ ਕਿ ਜਿਸ ਦੇ ਬਾਰੇ ਮੂਸਾ ਨੇ ਵਿਵਸਥਾ ਦੇ ਵਿੱਚ ਲਿਖਿਆ ਹੈ ਅਤੇ ਨਬੀਆਂ ਨੇ ਵੀ ਲਿਖਿਆ ਹੈ, ਉਸ ਨੂੰ ਅਸੀਂ ਲੱਭ ਲਿਆ ਹੈ। ਉਹ ਯੂਸਫ ਦੇ ਪੁੱਤਰ ਯਿਸੂ ਹਨ, ਜੋ ਨਾਸਰਤ ਨਗਰ ਦੇ ਰਹਿਣ ਵਾਲੇ ਹਨ। ਨਥਾਨੀਅਲ ਨੇ ਕਿਹਾ ਕਿ ਨਾਸਰਤ ਵਿੱਚੋਂ ਵੀ ਕੋਈ ਚੰਗੀ ਚੀਜ਼ ਨਿਕਲ ਸਕਦੀ ਹੈ। ਫਿਲਿਪਸ ਨੇ ਕਿਹਾ, ਆ ਅਤੇ ਦੇਖ, ਕਿਉਂਕਿ ਨਬੀਆਂ ਦੀਆਂ ਪੋਥੀਆਂ ਦੇ ਵਿੱਚ ਲਿਖਿਆ ਸੀ ਯਿਸੂ ਬੈਤਲਹਮ ਦੇ ਵਿੱਚ ਪੈਦਾ ਹੋਵੇਗਾ। ਪਰ ਯਿਸੂ ਪੈਦਾ ਤਾਂ ਬੈਤਲਹਮ ਦੇ ਵਿੱਚ ਹੋਏ ਸੀ, ਪਰ ਉਹਨਾਂ ਦਾ ਪਾਲਣ ਪੋਸ਼ਣ ਨਾਸਰਤ ਦੇ ਵਿੱਚ ਹੋਇਆ ਸੀ। ਸੋ ਇਸ ਕਰਕੇ ਉਸਨੂੰ ਪ੍ਰਭੂ ਯਿਸੂ ਨੂੰ ਯਿਸੂ ਨਾਸਰੀ ਵੀ ਕਿਹਾ ਜਾਂਦਾ ਸੀ। ਔਰ ਜਦੋਂ ਯਿਸੂ ਨੇ ਨਥਾਨੀਅਲ ਨੂੰ ਆਪਣੇ ਵੱਲ ਆਉਂਦਾ ਦੇਖਿਆ ਤਾਂ ਉਹਨਾਂ ਨੇ ਕਿਹਾ, ਦੇਖੋ ਸੱਚਾ ਇਸਰਾਏਲੀ, ਇਸ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਛਲ ਔਰ ਕਪਟ ਨਹੀਂ ਹੈ। ਵਾਈ? ਕਿਉਂ ਉਸਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਛਲ ਕਪਟ ਨਹੀਂ? ਕਿਉਂ ਉਸਨੂੰ ਸੱਚਾ ਇਜ਼ਰਾਈਲੀ ਕਿਹਾ? ਔਰ ਗਾਂ ਜਾ ਕੇ ਜਿਹੜੇ ਪੋਥੀਆਂ ਸਿਖਾਉਣ ਵਾਲੇ ਆ, ਉਹਨਾਂ ਨੂੰ ਝਾੜ ਪੈਣੀ, ਉਹਨਾਂ ਨੂੰ ਸੱਪਾਂ ਦੇ ਬੱਚੇ ਕਿਹਾ ਜਾਣਾ, ਜਿਹੜੇ ਵੱਡੀਆਂ ਗੱਦੀਆਂ ਤੇ ਬੈਠੇ ਹੋ। ਕਿਉਂ ਉਸਨੂੰ ਸੱਚਾ ਇਜ਼ਰਾਈਲੀ ਕਿਹਾ? ਉਸਦਾ ਕਾਰਨ ਇਹ ਸੀ ਕਿ ਉਹ ਹਜ਼ੂਰੀ ਦੇ ਵਿੱਚ ਜਾਂਦਾ ਸੀ, ਪਹਿਨਦਾ ਸੀ। ਉਸਨੂੰ ਇਸ ਚੀਜ਼ ਦਾ ਖਿਆਲ ਸੀ। ਉਹ ਆਪਣੀ ਆਤਮਾ ਨੂੰ, ਆਪਣੇ ਮਨ ਨੂੰ, ਆਪਣੇ ਤਨ ਨੂੰ ਲੈ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਂਦਾ ਸੀ। ਉਸਦਾ ਪ੍ਰਭੂ ਦੇ ਨਾਲ ਇੱਕ ਰਿਸ਼ਤਾ ਸੀ, ਔਰ ਜਿਸ ਦੇ ਨਾਲ ਪ੍ਰਭੂ ਦੀ ਪਵਿੱਤਰਤਾ ਉਸਦੇ ਅੰਦਰ ਕੰਮ ਕਰਦੀ ਪਈ ਸੀ। ਇਸ ਸਰੀਰ 'ਚ ਕੋਈ ਪਵਿੱਤਰ ਚੀਜ਼ ਨਹੀਂ, ਇਹ ਕੁਛ ਨਹੀਂ ਪਹੁੰਚਿਆ ਕਿਤੇ ਵੀ।
कि वो बहुत पहुंचा है तो वो बहुत इदा आ। कोई नहीं पहुंचा किते, कोई नहीं किते भी पहुंचा है। प्रभु आप पहुंचता है और जिहड़ा उसनूं स्वीकार करता अपनी जिंदगी दे विच और फिर उसदे कोल जांदा और अपना निरीक्षण उसनूं करन दिंदा और उसनूं स्वीकार करता और फिर उस तो ताकत मंगदा और फिर उस अपने उसनूं धो लैण दिंदा। ये प्रोसैस इस बंदे दे नाल होया है। इस दी जिहड़ी दुआ आ वो एकांत दी दुआ आ। किदां सानूं पता लगदा, कहंदा फिलिप्पुस ने नथानियल ने उन्हां नूं कहा तुसीं मैनूं किस तरह जाणदे हो। यसू ने उन्हां नूं उत्तर दिता फिलिप्पुस ते तैनूं सदन तो पहला ही मैं तैनूं अंजीर दे रुख दे थल्ले देखिया सी। और फिर उसनूं उन्हें पता लगा कि वो अंजीर दा रुख तो मेरे छुपण दी जगह है, उत्थे मैं छुप के दुआ करदा, उत्थे मैं प्रभु की हजूरी दे विच जांदा। सो नथानियल एकदम बोल उठिया गुरु जी तुसीं परमेश्वर दे पुत्र हो, तुसीं इजराइल दे राजा हो। यसू ने कहा उसनूं कहा कि तू इस ते विश्वास किया है कि मैं तेनूं ये दस्सिया है कि मैं तेनूं अंजीर दे रुख दे थल्ले देखिया सी, तू इस तो भी बड़े बड़े काम देखेगा। यसू ने अगे कहा मेरे ते विश्वास कर, तुसीं स्वर्ग नूं खुलिया होया देखोगे अते परमेश्वर दे स्वर्गदूतां नूं मनुख दे पुत्र दे उत्तों दी हेठां उतरदे चढ़दे। सो जिहड़ी साडे को परफेक्ट उदाहरण आ वो नथानियल दी आ, जिसका प्रभु दे नाल एक रिश्ता है, प्रभु दे नाल एक प्यार। और उसदे लिए क्या किया कि इसके मन दे विच कोई छल कपट नहीं। देखो एक सच्चा इज़राइली। सो मेरे प्यारे भैन भरावो, पर्सनल दुआ जिहड़ी हुंदी आ वो अपनी जिंदगी दे बारे हुंदी आ, अपने मन की शुद्धता दे लिए हुंदी आ, अपनी आत्मा के लिए हुंदी आ, अपने चरित्र नूं प्रभु दे वांग बिल्ड करन दे लिए हुंदी आ और उस तो प्रभु की पवित्रता साडी जिंदगी दे विच पैदा हुंदी आ। और फिर असीं देखते हैं कि जिहड़ियां चीज़ां दी सानूं जरूरत आ वो खब्बे सज्जे अगे पिछे साडे तुरियां फिरदियां, वो प्रभु दिंदा। वो रस्तियां नूं साडे नूं साफ ते पद्धरे रखदा और अपनी रहम दे विच सानूं बना के रखदा। प्यारे प्रभु तेरा बहुत शुक्र करते हैं समय दे लई जिहड़ा तू सानूं बख्शिया। प्रभु जी इस वचन नूं असीं सुनिया, असीं तेरे वचन नूं सुनन वाले ना बणीए बल्कि इसनूं करन वाले बणीए। तेरा वचन जो साडे कन्नां दे राहीं अंदर गया, साडियां अखां दे राहीं प्रभु जी साडे अंदर गया, ये देहधारी होई जिस दे नाल प्रभु जी तू साडे विच वधे और असीं घटीए। प्यारे प्रभु इस सारे वक्त नूं दे विच असीं जो कुछ तेरे तो प्राप्त किया उसके लिए असीं तेरा शुक्र करते। प्रभु जी इस वेले तू अपने बच्चों दीयां सारियां जरूरतां नूं जानदा, सो खुदावन तू उन्हां नूं पूरीआं कर। जब तक असीं दोबारा मिलिए तेरा रहम, तेरी दया, तेरा प्यार, तेरी शांति और तेरा आराम साडे सब दी जिंदगी दे विच बनिया रहे। साडे बच्चों दे नाल, खानदानां दे नाल प्रभु जी तू बनिया रहे, साडे मित्रां दे नाल तू बनिया रहे। प्यारे प्रभु तू साडे
ਸ਼ਹਿਰ ਤੇ ਸਾਡੇ ਇਸ ਪ੍ਰੋਵਿੰਸ ਤੇ ਸਾਡੇ ਕੰਟਰੀ ਤੇ ਤੇਰੀ ਰਹਿਮ ਔਰ ਤੇਰੀ ਦਇਆ ਬਣੀ ਰਹੇ। ਇਹ ਸਭ ਕੁਝ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਔਰ ਪਿਆਰ ਭਰਾ ਕਹਿਣ ਆਮੀਨ। ਬਲੈਸ ਯੂ। ਮੰਗਲਵਾਰ ਨੂੰ ਮਿਲਾਂਗੇ ਸੇਮ ਟਾਈਮ, ਔਰ ਅਸੀਂ ਮੰਗਲਵਾਰ ਨੂੰ ਦੇਖਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਅੱਗੇ ਵਧਾਂਗੇ ਔਰ ਦੇਖਾਂਗੇ ਕਿ ਕਿਸ ਤਰ੍ਹਾਂ ਫਰਕ ਦੇਖਾਂਗੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਪ੍ਰਭੂ ਨੇ ਕਿਹਾ ਕਿ ਤੁਸੀਂ ਹੁਣ ਇੱਥੋਂ ਅੱਗੇ ਨਹੀਂ ਜਾਓਗੇ, ਔਰ ਜਿਹੜੇ ਅੱਗੇ ਜਾਣ ਦੇ ਲਈ ਹੁਣ ਅਸੀਂ ਉਹਨਾਂ ਨੂੰ 2 ਹਿੱਸਿਆਂ ਦੇ ਵਿੱਚ ਵੰਡ ਹੋਏ ਦੇਖਾਂਗੇ। ਬਲੈਸ ਯੂ। ਤੁਹਾਡੇ ਸਭ ਦੇ ਨਾਲ।